ਟੈਕਸਟਾਈਲ ਰਿਸਰਚਰ ਨੇ, ਉਹਨਾਂ ਨੇ ਰਿਸਰਚ ਕੀਤੀ ਹੈ ਟੈਕਸਟਾਈਲਸ ਤੇ, ਕੱਪੜਿਆਂ ਤੇ ਜਿਹੜਾ ਕੱਪੜਾ ਹੁੰਦਾ ਹੈ ਉਸ ਦੇ ਰਿਸਰਚਰ ਨੇ। ਬਹੁਤ ਸਾਰੇ ਆਰਟੀਕਲਸ ਉਹਨਾਂ ਨੇ ਲਿਖੇ। ਜਦੋਂ ਆਦਮੀਆਂ ਨੇ ਕੋਟ ਪਾਏ ਕੁਰਤੇ ਪਜਾਮੇ ਦੇ ਨਾਲ, ਕੋਟ ਪਾਉਣ ਤੋਂ ਬਾਅਦ ਜਦੋਂ ਪੂਰੀ ਵੈਸਟਰਨਾਈਜੇਸ਼ਨ ਤਾਂ ਹੋਈ ਜਦੋਂ ਉਹਨਾਂ ਨੇ ਟਰਾਊਜ਼ਰਸ ਪਾਈਆਂ ਜਾਂ ਪੈਂਟ ਪਾਈ ਜੀ। ਔਰ ਜਦੋਂ ਪੈਂਟ ਪਾ ਲਈ ਉਦੋਂ ਉਹਨਾਂ ਲਈ ਨੀਚੇ ਬੈਠਣਾ ਮੁਸ਼ਕਿਲ ਸੀਗਾ। ਸੋ ਜਦੋਂ ਉਹਨਾਂ ਨੇ ਪੈਂਟ ਪਾ ਲਈ ਉਹਨਾਂ ਦੇ ਘਰਾਂ ਵਿੱਚ ਮੇਜ਼ ਕੁਰਸੀਆਂ ਵੀ ਆ ਗਈਆਂ। ਇਹਦੇ ਵਿੱਚ ਬੇਸਿਕਲੀ ਤੁਸੀਂ ਕਿਹਨਾਂ ਚੀਜ਼ਾਂ ਤੇ ਜ਼ਿਆਦਾ ਸਟ੍ਰੈਸ ਦਿੱਤਾ? ਕੀ ਇਹਦੇ ਵਿੱਚ ਤੁਸੀਂ ਮਤਲਬ ਕਿ ਦੱਸਣਾ ਚਾਹੁੰਦੇ ਹੋ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕੰਪਾਈਲ ਕੀਤਾ? ਮੈਨੂੰ ਕੰਪਾਈਲ ਕਰਨ ਲਈ 5 ਸਾਲ ਲੱਗੇ। ਮੈਨੂੰ ਰਿਸਰਚ ਕਰਨ ਲਈ ਬਿਲਕੁਲ ਨਵੀਂ ਟੈਰੀਟਰੀ ਸੀ, ਵਰਜਨ ਟੈਰੀਟਰੀ, ਜਿਹਦੇ ਵਿੱਚ ਕਦੀ ਕੋਈ ਕੰਮ ਨਹੀਂ ਹੋਇਆ, ਨਾ ਇੰਡੀਆ, ਨਾ ਪੰਜਾਬ 'ਚ, ਨਾ ਕਿਸੇ ਹੋਰ ਸਟੇਟ ਵਿੱਚ। ਲੋਕਾਂ ਦੇ ਘਰਾਂ 'ਚ ਜਾ ਕੇ ਲੱਭ ਕੇ ਮੈਂ ਬਹੁਤ ਢੂੰਡਿਆ ਔਰ ਉੱਥੋਂ ਮੈਨੂੰ ਇਹ ਮਿਲਿਆ। ਫੋਟੋਗ੍ਰਾਫਸ, ਜਿਵੇਂ ਉਹਨਾਂ ਦੀਆਂ ਕਢਾਈਆਂ ਹੈ, ਉਹਨਾਂ ਦੇ ਪੁਰਾਣੇ ਕੱਪੜੇ ਹੈ, ਮੈਨੂੰ ਲੋਕਾਂ ਤੋਂ ਉਹਨਾਂ ਨੇ ਆਪਣੇ ਸੰਦੂਕ ਖੋਲ੍ਹ ਕੇ ਪੁਰਾਣੀਆਂ ਨਾਨੀ ਦਾਦੀ ਦੀਆਂ ਚੀਜ਼ਾਂ ਕੱਢ ਕੇ ਮੈਨੂੰ ਦਿਖਾਈਆਂ। ਤੁਸੀਂ ਸੂਇੰਗ ਮਸ਼ੀਨ ਤੇ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਹੈ ਕਿ ਇੱਥੇ ਸਾਡੇ ਕੋਲ ਸੂਇੰਗ ਮਸ਼ੀਨ ਨਹੀਂ ਸੀਗੀ, ਉਹ ਕੀ ਕਿੱਸਾ ਸੀ? ਸੂਇੰਗ ਮਸ਼ੀਨ ਇਨਵੈਂਟ ਹੋਈ ਆ ਮਿਡਲ ਆਫ 19th ਸੈਂਚੁਰੀ ਜੀ। ਉਸ ਟਾਈਮ ਫਿਰ ਕਿਉਂਕਿ ਆਪਾਂ ਬ੍ਰਿਟਿਸ਼ ਰੂਲ ਸੀ, ਇੱਥੇ ਛੇਤੀ ਆ ਗਈ ਇੰਡੀਆ ਵਿੱਚ। ਇੰਟਰਸਟਿੰਗ ਫੈਕਟ ਇਹ ਵੀ ਆ ਕਿ ਪਹਿਲਾਂ ਤਾਂ ਸਾਰੇ ਕੱਪੜੇ ਹੱਥ ਨਾਲ ਹੀ ਬਣਾਉਂਦੇ ਸੀਗੇ ਸੂਇੰਗ ਮਸ਼ੀਨ ਆਉਣ ਤੋਂ ਪਹਿਲਾਂ। ਇਨਫੈਕਟ ਜਿਹੜੇ ਬ੍ਰਿਟਿਸ਼ਰਸ ਸੀਗੇ, ਉਹਨਾਂ ਦੀਆਂ ਮੇਮ ਸਾਹਿਬਸ, ਉਹਨਾਂ ਕੋਲ ਹਮੇਸ਼ਾ ਇੱਕ ਨਾ ਟੇਲਰ ਪਰਮਾਨੈਂਟਲੀ ਸਟੇਸ਼ਨ ਸੀਗਾ ਉਹਨਾਂ ਦੇ ਘਰ, ਜਿਹੜਾ ਉਹ ਸਵੇਰੇ ਆ ਕੇ ਵਰਾਂਡੇ ਵਿੱਚ ਬਹਿ ਜਾਂਦਾ ਸੀਗਾ। ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਸੀਗੀ, ਕੋਈ ਬਣਾਉਣੀ ਹੈ, ਕੋਈ ਰਿਪੇਅਰ ਕਰਨੀ ਹੈ, ਉਹਨਾਂ ਨੂੰ ਦਿੰਦੇ ਸੀਗੇ ਔਰ ਉਹ ਬਣਾ ਦਿੰਦੇ ਸੀਗੇ। ਐਮਿਲੀ ਈਡਨ ਸੀ ਲਾਰਡ ਆਕਲੈਂਡ ਦੀ ਸਿਸਟਰ, ਜਿਹੜੇ ਪੰਜਾਬ ਵਿੱਚ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਿੱਚ ਵੀ ਕਾਫੀ ਉਹਨੇ ਟਰੈਵਲ ਕੀਤਾ। ਉਹਨੇ ਆਪਣੇ ਮੈਮੋਇਰਸ ਵੀ ਲਿਖੇ ਆ, ਟਰੈਵਲ ਲੌਗਸ ਵੀ ਲਿਖੇ ਆ। ਜੀ ਜੀ। ਤਾਂ ਉਹਨਾਂ ਨੇ ਇੱਕ ਆਪਣੀ ਉਹਦੇ ਵਿੱਚ ਮੈਂਸ਼ਨ ਕੀਤਾ ਹੈ ਕਿ 1838 ਪਹਿਲਾਂ ਦੁਕਾਨ ਨਾ ਸਿਮਲਾ ਵਿੱਚ ਖੁੱਲ੍ਹੀ ਹੈ। ਤਾਂ ਹੁਣ ਸਾਨੂੰ ਯੂਰੋਪੀਅਨਸ ਨੂੰ ਬਾਹਰੋਂ ਚੀਜ਼ਾਂ ਲਿਆਉਣ ਦੀ ਨਹੀਂ ਲੋੜ। ਕਮੀਜ਼ ਦਾ ਕੁੜਤਿਆਂ ਵਾਂਗ ਹੁੰਦੀਆਂ ਸੀ, ਸਿੰਪਲ ਗਲਾ ਗੋਲ ਹੁੰਦਾ ਹੋਏਗਾ ਜਾਂ ਸ਼ਾਇਦ ਹਾਫ ਬੈਨ ਹੁੰਦਾ ਹੋਏਗਾ, ਪਤਾ ਨਹੀਂ, ਉਹ ਵੀ ਨਹੀਂ ਹੁੰਦਾ ਹੋਏਗਾ। ਪਰ ਕਾਲਰ ਕਨਸੈਪਟ ਮੇਰੇ ਖਿਆਲ ਯੂਰੋਪੀਅਨ ਸ਼ਰਟਸ ਤੇ ਜਿਹੜੇ ਅੰਗਰੇਜ਼ ਸੀਗੇ ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਵਲੈਤ ਵਿੱਚ ਹੀ ਯੂਜ਼ ਕੀਤਾ ਜਾਂਦਾ ਸੀ। ਵਰਲਡ ਵਾਰ ਦੇ ਟਾਈਮ ਨਾ, ਬਿਟਵੀਨ ਦ 2 ਵਾਰਸ, ਫਰਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ, ਈਵਨ ਯੂਰਪ ਦਾ ਫੈਸ਼ਨ, ਯੂਰਪ ਦਾ ਵਿਮਨਸ ਫੈਸ਼ਨ ਕਾਫੀ ਇਨਫਲੂਐਂਸ ਪ੍ਰਭਾਵਿਤ ਹੋਇਆ ਹੈ ਟੇਕਿੰਗ ਐਲੀਮੈਂਟਸ ਫਰਮ ਮੈਨਸ ਕਲੋਥਿੰਗ। ਸੋ ਉਹੀ ਚੀਜ਼ ਆਪਾਂ ਇੰਡੀਆ ਵਿੱਚ ਸਪੈਸ਼ਲੀ ਪੰਜਾਬ ਦੇ ਕੱਪੜਿਆਂ ਵਿੱਚ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਅਨਕਟ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਇੰਟਰਸਟਿੰਗ ਜਰਨੀ 'ਤੇ ਲੈ ਕੇ ਜਾਣ ਵਾਲੇ ਹਾਂ, ਇੱਕ ਵਧੀਆ ਸਫ਼ਰ 'ਤੇ ਲੈ ਕੇ ਜਾਣ ਵਾਲੇ ਹਾਂ। ਔਰ ਹਰ ਇਨਸਾਨ ਦੀ ਜਿਹੜੀ ਜ਼ਰੂਰਤ ਹੈ, ਜੇ ਗੱਲ ਕਰੀਏ ਕੱਪੜੇ ਜ਼ਰੂਰਤ ਹੈਗੀ ਹੈ, ਫੈਸ਼ਨ ਇਨਸਾਨ ਆਪਣੇ ਨੂੰ ਖੂਬਸੂਰਤ ਬਣਾਉਣ ਲਈ ਕਰਦਾ, ਮੈਚਿੰਗਸ ਕਰਦਾ। ਲੋਕ ਜਿਹੜੇ ਨੇ ਉਹ ਡਿਫਰੈਂਟ ਖਿੱਤਿਆਂ ਦੇ ਵਿੱਚ, ਦੇਸ਼ਾਂ ਦੇ ਵਿੱਚ ਜਿਹੜੇ ਨੇ ਉਹ ਡਿਫਰੈਂਟ ਤਰੀਕੇ ਦੇ ਜਿਹੜੇ ਪਹਿਰਾਵੇ ਨੇ ਉਹ ਪਾਏ ਜਾਂਦੇ ਹੈ। ਪਰ ਜੇ ਅਸੀਂ ਮੁੜ ਤੁੜ ਕੇ ਆਈਏ ਪੰਜਾਬ 'ਤੇ ਪੰਜਾਬ ਦਾ ਕਲਚਰ ਆਪਣੇ ਆਪ ਦੇ ਵਿੱਚ ਬਹੁਤ ਹੀ ਅਮੀਰ ਅਤੇ ਰਿਚ ਕਲਚਰ ਮੰਨਿਆ ਜਾਂਦਾ ਹੈ। ਇੱਥੇ ਕਈ ਤਰ੍ਹਾਂ ਦੇ ਧੜ ਵੀ ਆਏ, ਇੱਥੇ ਬਹੁਤ ਸਾਰੀਆਂ ਚੀਜ਼ਾਂ ਦੇ ਚੇਂਜਿਸ ਹੋਏ, ਪਰ ਬਾਵਜੂਦ ਉਸਦੇ ਜਿਹੜਾ ਪਹਿਰਾਵਾ ਹੈਗਾ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਚੇਂਜਿਸ ਵੀ ਆਏ। ਬਹੁਤ ਸਾਰਾ ਕੰਮ ਕੀਤਾ ਗਿਆ, ਫੁਲਕਾਰੀ ਵਰਕ
ਇੱਥੋਂ ਦੇ ਕਸ਼ੀਦਾਕਾਰੀਆਂ ਜਿਹੜੀਆਂ ਨੇ, ਇੱਥੋਂ ਦੇ ਕਢਾਈਆਂ ਜਿਹੜੀਆਂ ਨੇ, ਉਹ ਆਪਣੇ ਆਪ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਜਗ੍ਹਾ ਬਣਾਉਂਦੀਆਂ ਔਰ ਲੋਕਾਂ ਦੀ ਖਿੱਚ ਦਾ ਕੇਂਦਰ ਰਹਿੰਦੀਆਂ, ਈਵਨ ਜਿਹੜੇ ਲੋਕ ਬਾਹਰ ਵੀ ਗਏ ਨੇ। ਪਰ ਅੱਜ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹ ਮੈਡਮ ਜਸਵਿੰਦਰ ਕੌਰ ਨੇ। ਉਹਨਾਂ ਨੇ ਬੇਸਿਕਲੀ ਜਿਹੜੇ ਨੇ ਆਥਰ ਨੇ, ਉਹ ਲੇਖਕ ਨੇ, ਔਰ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਇਨਫਲੂਐਂਸਿਸ ਆਫ ਦਾ ਬ੍ਰਿਟਿਸ਼ ਰਾਜ ਔਨ ਦੀ ਅਟਾਇਰਸ ਐਂਡ ਟੈਕਸਟਾਈਲਸ ਆਫ ਪੰਜਾਬ। ਇਹ ਉਹਨਾਂ ਦੀ ਕਿਤਾਬ ਹੈਗੀ ਹੈ। ਪਹਿਲੀ ਉਹਨਾਂ ਨੇ ਇੰਡੀਵਿਜੂਅਲੀ ਕਿਤਾਬ ਲਿਖੀ ਹੈ, ਆਪਣੇ ਤੌਰ 'ਤੇ ਆਪਣੇ ਆਪ ਜਿਹੜੀ ਕਿਤਾਬ ਲਿਖੀ ਹੈ ਉਹਨਾਂ ਨੇ। ਪਰ ਬਾਵਜੂਦ ਉਸ 'ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ ਟੈਕਸਟਾਈਲ ਰਿਸਰਚਰ ਨੇ। ਉਹਨਾਂ ਨੇ ਰਿਸਰਚ ਕੀਤੀ ਹੈ ਟੈਕਸਟਾਈਲਸ 'ਤੇ, ਕੱਪੜਿਆਂ 'ਤੇ ਜਿਹੜਾ ਕੱਪੜਾ ਹੁੰਦਾ ਉਸ ਦੇ ਰਿਸਰਚਰ ਨੇ। ਬਹੁਤ ਸਾਰੇ ਆਰਟੀਕਲਸ ਉਹਨਾਂ ਨੇ ਲਿਖੇ ਹੈ। ਸਾਡੇ ਨਾਲ ਨੇ ਮੈਮ, ਸਵਾਗਤ ਹੈ ਤੁਹਾਡਾ। ਥੈਂਕ ਯੂ ਮੈਮ। ਤੁਹਾਡੀ ਬੁੱਕ ਤਾਂ ਅਸੀਂ ਦੇਖ ਲਈ ਔਰ ਕੁਛ ਇਸ 'ਚ ਦੇਖਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਤੁਹਾਡਾ ਉੱਥੋਂ ਵੀ ਤਾਰੁਫ ਕਰਵਾਉਣਾ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਜਿਹੜੇ ਮਿਨਿਸਟਰ ਰਹਿ ਚੁੱਕੇ ਨੇ ਸੈਂਟਰ ਦੇ, ਸਵਰਨ ਸਿੰਘ ਜੀ, ਉਹਨਾਂ ਦੀ ਬੇਟੀ ਹੋ ਤੁਸੀਂ। ਐਕਸਟਰਨਲ ਮਿਨਿਸਟਰ ਸੀਗੇ, ਉਹਨਾਂ ਦੀ ਬੇਟੀ ਹੋ, ਔਰ ਉਹਦੇ ਬਾਅਦ ਤੁਸੀਂ ਟੈਕਸਟਾਈਲ 'ਤੇ ਕੰਮ ਕੀਤਾ, ਰਿਸਰਚ ਬਹੁਤ ਲੰਬੀ ਚੌੜੀ ਕੀਤੀ ਹੈ। ਇਸ ਬੁੱਕ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਵਾਰੀ। ਇਸ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਮੇਰੇ ਖਿਆਲ ਛੱਡੀ ਨਹੀਂ ਹੈ। ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰਾ ਕਵਰ ਕੀਤਾ ਜਾਏ ਜੀ। ਔਰ ਇਹਦੇ ਵਿੱਚ ਬੇਸਿਕਲੀ ਤੁਸੀਂ ਕਿਹਨਾਂ ਚੀਜ਼ਾਂ 'ਤੇ ਜ਼ਿਆਦਾ ਸਟ੍ਰੈਸ ਦਿੱਤਾ? ਕੀ ਇਹਦੇ ਵਿੱਚ ਤੁਸੀਂ ਮਤਲਬ ਕਿ ਦੱਸਣਾ ਚਾਹੁੰਦੇ ਹੋ, ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕੰਪਾਈਲ ਕੀਤਾ? ਮੈਨੂੰ ਕੰਪਾਈਲ ਕਰਨ ਲਈ 5 ਸਾਲ ਲੱਗੇ। ਮੈਨੂੰ ਰਿਸਰਚ ਕਰਨ ਲਈ ਬਿਲਕੁਲ ਨਵੀਂ ਟੈਰੀਟਰੀ ਸੀ, ਵਰਜਨ ਟੈਰੀਟਰੀ, ਜਿਹਦੇ ਵਿੱਚ ਕਦੀ ਕੋਈ ਕੰਮ ਨਹੀਂ ਹੋਇਆ, ਨਾ ਇੰਡੀਆ, ਨਾ ਪੰਜਾਬ 'ਚ, ਨਾ ਕਿਸੇ ਹੋਰ ਸਟੇਟ ਵਿੱਚ। ਸੋ ਮੈਂ ਇਹ ਸਭ ਜਿਹੜੀਆਂ ਮੈਂ ਫੋਟੋਜ਼ ਲਈਆਂ ਔਰ ਜਿਹੜੀਆਂ ਆਬਜੈਕਟਸ ਦੀਆਂ ਫੋਟੋ ਲਈਆਂ, ਇਹ ਮੈਨੂੰ ਲੋਕਾਂ ਦੇ ਘਰਾਂ 'ਚ ਜਾ ਕੇ ਲੱਭ ਕੇ ਮੈਂ ਬਹੁਤ ਢੂੰਡਿਆ ਔਰ ਉੱਥੋਂ ਮੈਨੂੰ ਇਹ ਮਿਲਿਆ। ਫੋਟੋਗ੍ਰਾਫਸ, ਜਿਵੇਂ ਉਹਨਾਂ ਦੀਆਂ ਕਢਾਈਆਂ ਹੈ, ਉਹਨਾਂ ਦੇ ਪੁਰਾਣੇ ਕੱਪੜੇ ਹੈ, ਉਹ ਮੈਨੂੰ ਲੋਕਾਂ ਤੋਂ ਉਹਨਾਂ ਨੇ ਆਪਣੇ ਸੰਦੂਕ ਖੋਲ੍ਹ ਕੇ ਪੁਰਾਣੀਆਂ ਨਾਨੀ ਦਾਦੀ ਦੀਆਂ ਚੀਜ਼ਾਂ ਕੱਢ ਕੇ ਮੈਨੂੰ ਦਿਖਾਈਆਂ। ਸੋ ਇਹ ਮੈਨੂੰ ਕਾਫੀ ਟਾਈਮ ਲੱਗਾ, ਪਰ ਮੈਂ ਇਹਦੇ ਵਿੱਚ ਇਹ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਕਿਉਂਕਿ ਇਹ ਬੇਸਿਕਲੀ ਕਵਰ ਕੀਤਾ ਪੀਰੀਅਡ 1849, ਜਦੋਂ ਪੂਰਾ ਪੰਜਾਬ ਅਨੈਕਸ ਹੋਇਆ। ਉਸ ਤੋਂ ਬਾਅਦ ਕਿਉਂਕਿ ਇੱਕ ਸਟੈਬਿਲਿਟੀ ਆ ਗਈ ਪੰਜਾਬ ਵਿੱਚ, ਕੋਈ ਜ਼ਿਆਦਾ ਲੜਾਈਆਂ ਨਹੀਂ ਸੀ ਔਰ ਇੱਕ ਸਟੇਬਲ ਰੂਲ ਸੀਗਾ। ਤਕਰੀਬਨ 100 ਸਾਲ ਦੇ ਵਿੱਚ ਬ੍ਰਿਟਿਸ਼ਰਸ ਨੇ ਨਵੇਂ ਸਕੂਲ ਖੋਲ੍ਹੇ, ਨਵੇਂ ਕਾਲਜ ਖੋਲ੍ਹੇ ਔਰ ਨਵੀਂ ਕਲਚਰ ਇੱਕ ਸਾਡੇ ਵਿੱਚ ਛੱਡ ਕੇ ਗਏ। ਔਰ ਸਭ ਤੋਂ ਜ਼ਿਆਦਾ ਅਸਰ ਉਹਦੇ ਵਿੱਚ ਸਕੂਲ ਦਾ, ਐਜੂਕੇਸ਼ਨ ਦਾ ਹੋਇਆ। ਜਿਹੜਾ ਬੱਚਾ 11 ਸਾਲ ਉਹ ਸਕੂਲ ਦੇ ਵਿੱਚ ਵੈਸਟਰਨ ਕੱਪੜੇ ਪਾ ਕੇ ਜਾਂਦਾ ਰਿਹਾ, ਤਾਂ ਜਦੋਂ 11 ਸਾਲ ਬਾਅਦ ਉਹ ਵਰਲਡ ਵਿੱਚ ਜਾਂਦਾ ਹੈ ਤਾਂ ਹੀ ਕੰਟੀਨਿਊਜ਼ ਟੂ ਵੇਅਰ, ਉਹਨੇ ਆਪਣਾ ਪਹਿਨਾਵਾ ਉਹ ਹੀ ਵੈਸਟਰਨ ਵੇਅਰ ਕੰਟੀਨਿਊ ਕੀਤਾ। ਸੋ ਇਹਦੇ ਵਿੱਚ ਇਹ ਵੀ ਹੈਗਾ ਕਿ ਜਿਹੜੇ ਆਦਮੀਆਂ ਦਾ ਪਹਿਨਾਵਾ ਹੈ, ਉਹਨਾਂ ਨੇ ਸਭ ਤੋਂ ਪਹਿਲਾਂ ਕੋਟ ਪਾਏ ਇੰਡੀਅਨ ਕੁੜਤੇ ਪਜਾਮੇ ਦੇ ਨਾਲ। ਉਸ ਤੋਂ ਬਾਅਦ ਉਹਨਾਂ ਨੇ ਜਦੋਂ ਉਹਨਾਂ ਨੇ ਜ਼ਮੀਨ ਉੱਤੇ ਬੈਠਣਾ ਬੰਦ ਕਰ ਦਿੱਤਾ ਔਰ ਚੇਅਰਸ ਵਿੱਚ ਬੈਠਣਾ ਸ਼ੁਰੂ ਕੀਤਾ, ਤਾਂ ਉਹਨਾਂ ਨੇ ਟਰਾਊਜ਼ਰਸ ਅਡੋਪਟ ਕੀਤੀ, ਜਦੋਂ ਕਿ ਪੂਰਾ ਵੈਸਟਰਨ ਵੇਅਰ ਦੇ ਸਟਾਰਟਡ ਟੂ ਵੇਅਰ। ਜੀ ਮੈਮ, ਤੁਸੀਂ ਇਹਦੇ 'ਤੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਇਹਨੂੰ ਕੰਪਾਈਲਸ ਕਰਨ ਦੀ ਜਾਂ ਇਕੱਠਾ ਕਰਕੇ ਕੋਸ਼ਿਸ਼ ਕੀਤਾ ਕਿ ਤੁਸੀਂ ਇੱਕ ਤਰ੍ਹਾਂ ਦਾ ਖਜ਼ਾਨਾ ਬਣਾਤਾ ਹੈ ਪੂਰੀ ਦੀ ਪੂਰੀ ਬੁੱਕ ਨੂੰ, ਅਤੇ ਇਹਦੇ ਲਈ ਬਹੁਤ ਤੁਹਾਨੂੰ ਸ਼ਲਾਘਾ ਵੀ ਹੋਈ ਹੈ, ਤੁਹਾਡੇ ਰਿਵਿਊਜ਼ ਵੀ ਆਏ ਨੇ ਬੁੱਕ 'ਤੇ ਡਿਫਰੈਂਟ ਅਖਬਾਰਾਂ ਦੇ ਵਿੱਚ। ਤੁਸੀਂ ਇਹਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਲਿਖਿਆ, ਮੀਨਸ ਕਿ ਕੋਈ ਕੰਪਲੀਕੇਟਡ ਨਹੀਂ ਹੈਗੀ ਜ਼ਿਆਦਾ ਬੁੱਕ। ਜੇ ਕੋਈ ਪੜ੍ਹਨਾ ਚਾਹਵੇ, ਜਿੱਦਾਂ ਮੇਰੀ ਇੱਕ ਦੋ ਲੋਕਾਂ ਨਾਲ ਗੱਲ ਹੋਈ ਹੈ ਜਿਨ੍ਹਾਂ ਨੇ ਬੁੱਕ ਪੜ੍ਹੀ ਹੈ, ਕੋਈ ਇਹਨੂੰ ਕਹਿੰਦਾ ਕਿ ਬੈੱਡ ਟਾਈਮ ਸਟੋਰੀਜ਼ ਦੀ ਤਰ੍ਹਾਂ ਪੜ੍ਹਿਆ ਜਾ ਸਕਦਾ ਹੈ, ਕੋਈ ਕਹਿੰਦਾ ਹੈ ਕਿ ਇਹਨੂੰ ਕਾਫੀ ਟੇਬਲ ਸਟੋਰੀ ਜਿਹੜਾ ਹੈਗਾ ਬੁੱਕ ਦੀ ਤਰ੍ਹਾਂ ਇਹਨੂੰ ਟਰੀਟ ਕੀਤਾ ਜਾ ਸਕਦਾ ਹੈ। ਅਤੇ ਜਦੋਂ ਕਾਫੀ ਟੇਬਲ ਬੁੱਕ ਆਪਾਂ ਕਿਸੇ ਬੁੱਕ ਨੂੰ ਜਾਂ ਕਿਸੇ ਲਿਖਤ ਨੂੰ ਆਪਾਂ ਟਰੀਟ ਕਰਦੇ ਹਾਂ ਜਾਂ ਫਿਰ ਬੈੱਡ ਟਾਈਮ ਸਟੋਰੀਜ਼ ਕਰਦੇ ਹਾਂ, ਤਾਂ ਡੈਫੀਨੇਟਲੀ ਉਹ ਬਹੁਤ ਕੰਪਲੀਕੇਟਡ ਜਾਂ ਇੱਦਾਂ ਦੀਆਂ ਸੀਰੀਅਸ
ਚੀਜ਼ ਨਹੀਂ ਹੁੰਦੀ ਜਾਂ ਇੰਨੀ ਪੜ੍ਹਨ ਦੇ ਵਿੱਚ ਔਖੀ ਨਹੀਂ ਹੁੰਦੀ, ਜਿਵੇਂ ਸਿੰਪਲ ਸ਼ਬਦਾਂ 'ਚ ਕਹਾਂ ਕਿ ਜਿਹੜੀ ਕਿ ਜ਼ੋਰ ਲੱਗੇ। ਉਹ ਇੱਦਾਂ ਕਰਦਾ ਬੰਦਾ ਕਿ ਬੜੇ ਉਹਨੂੰ ਮਜ਼ੇ ਲੈ ਕੇ ਪੜ੍ਹਦਾ। ਇੰਨਾ ਸੀਰੀਅਸ ਕੰਮ ਕੀਤਾ ਲੰਮਾ ਚੌੜਾ ਤੁਸੀਂ, ਔਰ ਇੰਨੀ ਜ਼ਿਆਦਾ ਸਿੰਪਲ ਤਰੀਕੇ ਦੇ ਨਾਲ ਕਿਵੇਂ ਕਰ ਸਕੇ ਤੁਸੀਂ? ਉਹਦੀ ਇੱਕ ਦੋ ਵਜ੍ਹਾ ਹੈਗੀਆਂ ਆ। ਇੱਕ ਤਾਂ ਮੇਰੇ ਹਸਬੈਂਡ ਹਮੇਸ਼ਾ ਮੈਨੂੰ ਸ਼ੁਰੂ ਤੋਂ ਕਹਿੰਦੇ ਆ ਕਿ ਜੇ ਤੁਸੀਂ ਜੇ ਇਫ ਆਈ ਵਾਂਟ ਟੂ ਰਾਈਟ ਤਾਂ ਮੈਂ ਰਸਕਿਨ ਬੌਂਡ ਮੰਗਰ ਲਿਖਾਂ, ਸਿੰਪਲ ਲੈਂਗੁਏਜ। ਯੈਸ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਮੇਰਾ ਇੰਟਰਸਟ ਆਰਟ ਵਿੱਚ ਹੋਇਆ ਔਰ ਮੈਂ ਕਿਤਾਬਾਂ ਕੱਢ ਕੇ ਪੜ੍ਹਨੀਆਂ ਸ਼ੁਰੂ ਹੋਈਆਂ, ਮੈਨੂੰ ਕਈ ਕਿਤਾਬਾਂ, ਜਦੋਂ ਮੈਂ ਪਹਿਲਾਂ ਇੱਕ ਟੌਪਿਕ ਮੈਂ ਛੋਟੀ ਜਿਹੀ ਬੁਕਲੇਟ ਲਿਖੀ ਸੀ ਮੌਰੀਅਨ ਆਰਟ ਦੇ ਉੱਤੇ, ਜਿਹੜਾ ਨੈਸ਼ਨਲ ਮਿਊਜ਼ੀਅਮ ਨੇ ਪਬਲਿਸ਼ ਕੀਤੀ ਜੀ। ਉਹਦੇ ਵਿੱਚ ਮੈਨੂੰ ਕਈ ਆਥਰਸ ਦੀਆਂ ਗੱਲਾਂ ਸਮਝ ਹੀ ਨਹੀਂ ਸੀ ਆ ਰਹੀਆਂ। ਫਿਰ ਮੈਨੂੰ ਆਈ ਹੈਡ ਟੂ ਲੁੱਕ ਫॉर ਆਥਰਸ ਜਿਨ੍ਹਾਂ ਦੀ ਰਾਈਟਿੰਗ ਬੜੀ ਸਿੰਪਲ ਸੀ। ਸੋ ਉਸ ਟਾਈਮ ਤੋਂ ਲੈ ਕੇ ਮੈਨੂੰ ਹਮੇਸ਼ਾ ਇਹ ਆ ਕਿ ਜੋ ਮੈਂ ਲਿਖਾਂ ਇਹ ਸਿੰਪਲ ਰਾਈਟਿੰਗ ਹੋਵੇ, ਜਿਹੜਾ ਸਭ ਬੱਚਾ ਵੀ ਪੜ੍ਹ ਕੇ ਉਹਨੂੰ ਸਮਝ ਸਕਦਾ ਹੈ। ਇਹ 'ਚ ਇੱਕ ਬੜੀ ਇੱਕ ਇੰਟਰਸਟਿੰਗ ਚੀਜ਼ ਤੁਸੀਂ ਲਿਖੀ ਹੈ। ਤੁਸੀਂ ਸੂਇੰਗ ਮਸ਼ੀਨ ਦੀ ਗੱਲ ਕੀਤੀ ਹੈ, ਕਿਉਂਕਿ ਜਦੋਂ ਆਪਾਂ ਟੈਕਸਟਾਈਲ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਸਟਿਚਸ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਕੱਪੜੇ ਦੀ ਗੱਲ ਕਰਦੇ ਹਾਂ, ਤੇ ਸਿਉਣ ਦੀ ਗੱਲ ਤਾਂ ਹੋਏਗੀ। ਹਾਂਜੀ। ਤੇ ਜਿੱਥੇ ਤੱਕ ਸਿਉਣ ਦੀ ਗੱਲ ਹੋਵੇਗੀ, ਬਿਨਾਂ ਉਹਦੇ ਤਾਂ ਜੇ ਤੁਸੀਂ ਕਢਾਈਆਂ ਵੀ ਕਰ ਲਈਏ, ਕੁਛ ਵੀ ਕਰ ਲਈਏ, ਨਾ ਤਾਂ ਚਾਦਰ ਬਣਨੀ ਹੈ ਬਿਨਾਂ ਸਿਉਂਤੇ। ਘੱਟੋ ਘੱਟ ਉਹਦੀ ਸਾਈਡ ਤੇ ਬੀਡਿੰਗ ਤਾਂ ਜਾਂ ਉਹਨੂੰ ਸਿਉਣ ਤਾਂ ਮਾਰਨੀ ਪਏਗੀ, ਜਾਂ ਸੂਟਸ ਹੋਣ ਜਾਂ ਕੁਛ ਵੀ ਹੋਏ, ਸੂਇੰਗ ਮਸ਼ੀਨ ਦੀ ਗੱਲ ਆਏਗੀ। ਤੁਸੀਂ ਸੂਇੰਗ ਮਸ਼ੀਨ ਤੇ ਇੱਕ ਬੜੀ ਇੰਟਰਸਟਿੰਗ ਗੱਲ ਦੱਸੀ ਹੈ ਕਿ ਇੱਥੇ ਸਾਡੇ ਕੋਲ ਸੂਇੰਗ ਮਸ਼ੀਨ ਨਹੀਂ ਸੀਗੀ। ਉਹ ਕੀ ਕਿੱਸਾ ਸੀ? ਕਿਉਂਕਿ ਸੋਇੰਗ ਮਸ਼ੀਨ ਇਨਵੈਂਟ ਹੋਈ ਆ ਮਿਡਲ ਆਫ 19th ਸੈਂਚੁਰੀ ਜੀ। ਉਸ ਟਾਈਮ ਫਿਰ ਕਿਉਂਕਿ ਆਪਾਂ ਬ੍ਰਿਟਿਸ਼ ਰੂਲ ਸੀ, ਇੱਥੇ ਛੇਤੀ ਆ ਗਈ ਇੰਡੀਆ ਵਿੱਚ। ਇਨਫੈਕਟ ਮੈਂ ਇੱਕ ਜਿਹੜੀ ਸੋਇੰਗ ਮਸ਼ੀਨ ਦੀ ਫੋਟੋ ਦਿਖਾਈ ਆ ਕਿਤਾਬ ਵਿੱਚ, ਉਹ ਇੱਕ ਫਰੋਮ ਫਿਰੋਜ਼ਪੁਰ ਦੇ ਵਿੱਚ ਕਹਿੰਦੇ 1920s ਵਿੱਚ ਪਹਿਲਾਂ ਉਹ ਇੰਗਲੈਂਡ ਤੋਂ ਕਰਾਚੀ ਆਏ, ਕਰਾਚੀ ਪੋਰਟ 'ਤੇ, ਫਿਰ ਉੱਥੋਂ ਇਹ ਇੱਥੇ ਫਿਰੋਜ਼ਪੁਰ ਆਈ। ਸੋ ਪਹਿਲਾਂ ਤਾਂ ਇੱਕ ਇੰਟਰਸਟਿੰਗ ਫੈਕਟ ਇਹ ਵੀ ਆ ਕਿ ਪਹਿਲਾਂ ਤਾਂ ਸਾਰੇ ਕੱਪੜੇ ਹੱਥ ਨਾਲ ਹੀ ਬਣਾਉਂਦੇ ਸੀਗੇ, ਸੋਇੰਗ ਮਸ਼ੀਨ ਆਉਣ ਤੋਂ ਪਹਿਲਾਂ। ਇਨਫੈਕਟ ਜਿਹੜੇ ਬ੍ਰਿਟਿਸ਼ਰਸ ਸੀਗੇ, ਉਹਨਾਂ ਦੀਆਂ ਮੇਮ ਸਾਹਿਬਸ, ਉਹਨਾਂ ਕੋਲ ਹਮੇਸ਼ਾ ਇੱਕ ਨਾ ਟੇਲਰ ਪਰਮਾਨੈਂਟਲੀ ਸਟੇਸ਼ਨ ਸੀਗਾ ਉਹਨਾਂ ਦੇ ਘਰ, ਜਿਹੜਾ ਉਹ ਸਵੇਰੇ ਆ ਕੇ ਵਰਾਂਡੇ ਵਿੱਚ ਬਹਿ ਜਾਂਦਾ ਸੀਗਾ। ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਸੀਗੀ, ਕੋਈ ਬਣਾਉਣੀ ਹੈ, ਕੋਈ ਰਿਪੇਅਰ ਕਰਨੀ ਹੈ, ਉਹਨਾਂ ਨੂੰ ਦਿੰਦੇ ਸੀਗੇ ਔਰ ਉਹ ਬਣਾ ਦਿੰਦੇ ਸੀਗੇ। ਔਰ ਇੰਡੀਅਨ ਟੇਲਰਸ ਬੜੇ ਐਕਸਪਰਟ ਸੀਗੇ। ਔਰ ਇੱਕ ਸਟੋਰੀ ਇਹ ਵੀ ਆ ਕਿ ਇੱਕ ਵਾਰੀ ਇੱਕ ਮੈਡਮ ਨੇ, ਮੇਮ ਸਾਹਿਬ ਨੇ, ਇੱਕ ਕੱਪੜਾ ਦਿੱਤਾ ਜਿਹੜਾ ਉਹਨਾਂ ਥੋੜ੍ਹਾ ਫਟਿਆ ਹੋਇਆ ਸੀਗਾ ਜੀ, ਔਰ ਜਿਹੜਾ ਉਹਨੇ ਉਹਦੇ 'ਤੇ ਪੈਚ ਲਗਾਇਆ ਹੋਇਆ ਸੀਗਾ। ਔਰ ਉਹਨਾਂ ਨੇ ਉਸ ਟੇਲਰ ਨੂੰ ਕਿਹਾ, ਦਰਜੀ ਨੂੰ ਕਿਹਾ ਕਿ ਇਹਨੂੰ ਕਾਪੀ ਕਰ ਦੇ। ਤਾਂ ਦਰਜੀ ਨੇ ਬਿਲਕੁਲ ਉਸੇ ਤਰ੍ਹਾਂ ਕਾਪੀ ਕੀਤਾ ਔਰ ਉਹਨੇ ਉਹ ਪੈਚ ਵੀ ਲਗਾ ਦਿੱਤਾ। ਸੋ ਇੰਡੀਅਨ ਟੇਲਰਸ ਕਾਫੀ ਐਕਸਪਰਟ ਸੀਗੇ। ਔਰ ਲੋਕ ਜਿਹੜੇ ਹੈ ਕਿ ਉਹ ਇਸ ਤਰ੍ਹਾਂ ਵੀ ਕਰਦੇ ਸੀਗੇ ਕਿ ਜਿਵੇਂ ਇੱਕ ਟੌਪ ਖਰੀਦ ਲਈ ਜਾਂ ਕੋਈ ਬਾਹਰੋਂ ਕੋਈ ਸ਼ਰਟ ਖਰੀਦ ਲਈ ਜਾਂ ਪੈਂਟ ਖਰੀਦ ਲਈ ਔਰ ਇੰਡੀਅਨ ਟੇਲਰ ਨੂੰ ਦੇਤਾ ਔਰ ਉਹ ਐਗਜ਼ੈਕਟ ਕਾਪੀ ਕਰ ਦਿੰਦੇ ਸੀ। ਜੀ ਮੈਮ, ਤੁਸੀਂ ਇੱਥੇ ਨਾ ਕਾਫੀ ਸਾਰੀਆਂ ਚੀਜ਼ਾਂ, ਮੈਂ ਤੁਹਾਡੇ ਆਰਟੀਕਲਸ ਵੀ ਦੇਖ ਰਹੀ ਸੀ, ਜਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਆਰਟੀਕਲਸ ਦੇ ਵਿੱਚ ਬੜੀਆਂ ਡਿਫਰੈਂਟ ਚੀਜ਼ਾਂ ਜਿਹੜੀਆਂ ਨੇ ਉਹ ਮੈਂਸ਼ਨ ਕੀਤੀਆਂ ਨੇ। ਕਈ ਚੀਜ਼ਾਂ ਨੇ ਜਿਹੜੀਆਂ ਕਿ ਧਿਆਨ ਖਿੱਚਦੀਆਂ ਨੇ, ਖਾਸ ਕਰਕੇ ਜੇ ਗੱਲ ਕਰੀਏ, ਤੁਸੀਂ ਇਹ ਵੀ ਦੱਸਿਆ ਕਿ ਇਨਫਲੂਐਂਸਿਸ ਜਿਹੜੇ ਸੀ ਬ੍ਰਿਟਿਸ਼ਰਸ ਦੇ ਜਾਂ ਜਿਹੜਾ ਯੂਰੋਪੀਅਨ ਕਲਚਰ ਸੀ ਉਹਦਾ ਤੁਹਾਡੇ ਉਹਨਾਂ 'ਤੇ ਬਹੁਤ ਜ਼ਿਆਦਾ ਰਿਹਾ। ਔਰ ਖਾਸ ਕਰਕੇ ਤੁਹਾਡਾ ਇੱਕ ਆਰਟੀਕਲ ਹੈਗਾ ਹਾਊ ਦ ਬ੍ਰਿਟਿਸ਼ ਸ਼ੇਪਡ ਸ਼ਾਪਿੰਗ ਇਨ ਸ਼ਿਮਲਾ 'ਤੇ ਜਿੱਦਾਂ ਸੀਗਾ, ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਮਤਲਬ ਬ੍ਰਿਟਿਸ਼ਰਸ ਦੇ ਨਾਲ ਜੋੜ ਕੇ ਕਿਵੇਂ ਇਹਦੀ ਗੱਲ ਕੀਤੀ ਹੈਗੀ ਹੈ, ਇਹਦੇ ਬਾਰੇ ਵੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਇਹ ਕੀ ਸਟੋਰੀ ਹੈ ਬੇਸਿਕਲੀ? ਸੋ ਬੇਸਿਕਲੀ ਇਸ ਤਰ੍ਹਾਂ ਹੈ ਕਿ ਬਿਫੋਰ ਬ੍ਰਿਟਿਸ਼ ਰਾਜ ਤਾਂ ਇਹ ਜਿਸ ਤਰ੍ਹਾਂ ਦੀ ਸ਼ਾਪਿੰਗ ਦੁਕਾਨਾਂ ਆਪਾਂ ਅੱਜ ਜਾਣਦੇ ਹਾਂ ਉਸ ਤਰ੍ਹਾਂ ਦੀਆਂ ਨਹੀਂ ਸੀਗੀਆਂ ਕਿ ਇੱਕ ਦੁਕਾਨ ਦੇ ਵਿੱਚ ਕਈ ਕੁਛ ਚੀਜ਼ਾਂ ਮਿਲ ਜਾਣ। ਪਹਿਲਾਂ ਇੱਕ ਜਿਵੇਂ ਇੱਕ ਲੈ ਲਓ ਕੱਪੜੇ ਦੀ
ਕੋਈ ਕੱਪੜਾ ਵੇਚਦਾ ਸੀ, ਕੋਈ ਟੇਲਰਿੰਗ ਕਰਦਾ ਸੀਗਾ, ਕੋਈ ਹੋਰ ਉੱਤੇ ਕਢਾਈ ਕਰਦਾ ਸੀ। ਇਸ ਤਰ੍ਹਾਂ ਫਰਕ ਜਗ੍ਹਾਵਾਂ 'ਤੇ ਚੀਜ਼ਾਂ ਹੁੰਦੀਆਂ ਸੀ। ਸੋ ਇਹ ਰਿਲੇਟਡ ਆ ਆਲਸੋ ਕਿ ਜਿਹੜੀਆਂ ਬ੍ਰਿਟਿਸ਼ ਗੁੱਡਸ ਜਦੋਂ ਇੰਡੀਆ ਵਿੱਚ ਆਉਣੀਆਂ ਸ਼ੁਰੂ ਹੋਈਆਂ। ਇਨ ਫੈਕਟ ਐਮਿਲੀ ਈਡਨ ਸੀ ਲਾਰਡ ਆਕਲੈਂਡ ਦੀ ਸਿਸਟਰ, ਜਿਹੜੇ ਪੰਜਾਬ ਵਿੱਚ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਿੱਚ ਵੀ ਕਾਫੀ ਉਹਨੇ ਟਰੈਵਲ ਕੀਤਾ। ਉਹਨੇ ਆਪਣੇ ਮੈਮੋਇਰਸ ਵੀ ਲਿਖੇ ਆ, ਟਰੈਵਲ ਲੌਗਸ ਵੀ ਲਿਖੇ ਆ। ਜੀ ਜੀ। ਤਾਂ ਉਹਨਾਂ ਨੇ ਇੱਕ ਆਪਣੀ ਉਹਦੇ ਵਿੱਚ ਮੈਂਸ਼ਨ ਕੀਤਾ ਹੈ ਕਿ 1838 ਪਹਿਲਾਂ ਦੁਕਾਨ ਨਾ ਸਿਮਲਾ ਵਿੱਚ ਖੁੱਲ੍ਹੀ ਹੈ। ਤਾਂ ਹੁਣ ਸਾਨੂੰ ਯੂਰੋਪੀਅਨਸ ਨੂੰ ਬਾਹਰੋਂ ਚੀਜ਼ਾਂ ਲਿਆਉਣ ਦੀ ਨਹੀਂ ਲੋੜ। ਸੋ ਉਹ ਉਸ ਤੋਂ ਪਹਿਲਾਂ ਸ਼ੁਰੂ ਹੋਈ ਹੈ ਇਹ ਦੁਕਾਨ, ਜਿਹਦੇ ਵਿੱਚ ਲਿਆ ਕੇ ਬ੍ਰਿਟਿਸ਼ ਇੰਗਲੈਂਡ ਤੋਂ ਲਿਆ ਕੇ ਚੀਜ਼ਾਂ ਵਿਕਦੀਆਂ ਸੀ। ਫਿਰ ਹੌਲੀ ਹੌਲੀ ਚੀਜ਼ਾਂ ਵਧੀਆਂ ਆ। ਫਿਰ ਹੌਲੀ ਹੌਲੀ ਜਿਵੇਂ ਜਿਹੜੇ ਅੱਜ ਕੱਲ੍ਹ ਅਸੀਂ ਜਾਣਦੇ ਹਾਂ ਨਾ ਸਟੋਰਸ, ਜਿਵੇਂ ਮਾਰਕਸ ਐਂਡ ਸਪੈਂਸਰ ਲੈ ਲਓ, ਜਿਹਦੇ ਵਿੱਚ ਹਰੇਕ ਕੰਟਰੀ ਵਿੱਚ ਉਹਨਾਂ ਦੀ ਸੇਮ ਚੀਜ਼ਾਂ ਮਿਲਦੀਆਂ ਜੀ। ਉਹ ਇੱਥੇ ਇੰਡੀਆ ਵਿੱਚ ਵੀ ਸ਼ੁਰੂ ਹੋਈ ਹੈ। ਜਿਵੇਂ ਆਰਮੀ ਨੇਵੀ ਸ਼ਾਪ ਸੀ, ਆਰਮੀ ਨੇਵੀ ਸਟੋਰ, ਉਹ ਬ੍ਰਿਟਿਸ਼ਰਸ ਦੇ ਟਾਈਮ ਵਿੱਚ ਇਹ ਕਲਚਰ ਸ਼ੁਰੂ ਹੋਈ ਹੈ। ਔਰ ਇਹ ਉਹਨਾਂ ਵਿੱਚ ਇਹ ਕਨਸੈਪਟ ਸੀ ਕਿ ਹਰ ਇੱਕ ਸਟੋਰ ਦੇ ਵਿੱਚ ਸੇਮ ਚੀਜ਼ ਮਿਲੇਗੀ ਔਰ ਸੇਮ ਪ੍ਰਾਈਸ ਹੋਏਗੀ। ਜੀ ਜੀ ਜੀ, ਡੈਫੀਨੇਟਲੀ ਆਊਟਲੈਟ ਸੇਲ ਜਿਹੜੀਆਂ ਹੈਗੀਆਂ ਨੇ ਸੇਮ ਪ੍ਰਾਈਸ 'ਤੇ ਹੋਣਗੀਆਂ। ਤੇ ਦੂਸਰੀ ਜਿਹੜੀ ਮੈਮ ਮੇਨ ਇੱਕ ਗੱਲ ਹੈ, ਤੁਸੀਂ ਬੜਾ ਇੰਟਰਸਟਿੰਗ ਆਰਟੀਕਲ ਵੀ ਲਿਖਿਆ ਔਰ ਤੁਹਾਡੇ ਨਾਲ ਮੇਰੀ ਗੱਲ ਵੀ ਹੋ ਰਹੀ ਹੈ ਇਸ ਵਾਸਤੇ। ਤੁਸੀਂ ਕਿਹਾ ਵੀ ਨਿਟਿੰਗ, ਖਾਸ ਕਰਕੇ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਵੈਟਰਾਂ ਬੁਣਨਾ ਜਾਂ ਜਿਹੜੀ ਬੁਣਾਈ ਹੈਗੀ ਹੈ, ਜਿਹੜੀ ਆਪਾਂ ਵੂਲਨ ਨਿਟਿੰਗ ਕਰਦੇ ਹਾਂ, ਬੁਣਾਈ ਕਰਦੇ ਹਾਂ, ਉਹ ਚੀਜ਼ ਪਹਿਲੇ ਜਿਹੜੀ ਸੀਗੀ ਇੱਥੇ ਨਹੀਂ ਸੀਗੀ ਪੰਜਾਬ ਦੇ ਵਿੱਚ, ਔਰ ਉਹ ਇੰਡੀਆ 'ਚ ਨਹੀਂ ਸੀਗੀ। ਤੇ ਇਹਦਾ ਕਿਵੇਂ ਆਉਣਾ ਹੁੰਦਾ? ਔਰ ਬੜੀ ਇੰਟਰਸਟਿੰਗ ਵੀ ਲੱਗੀ ਔਰ ਬੜਾ ਹੈਰਾਨੀਜਨਕ ਵੀ ਗੱਲ ਲੱਗੀ ਹੈ, ਕਿਉਂਕਿ ਸਾਡੀਆਂ ਨਾਨੀਆਂ ਦਾਦੀਆਂ ਜਾਂ ਉਸ ਤੋਂ ਵੀ ਪਹਿਲੇ ਆਪਾਂ ਦੇਖਿਆ ਜਾਏ ਸਵੈਟਰਾਂ ਬੁਣਦੀਆਂ ਜਾਂ ਫਿਰ ਖਾਸ ਕਰਕੇ ਘਰ ਦੀਆਂ ਸਵੈਟਰਾਂ ਤਾਂ ਬਹੁਤ ਅੱਜ ਵੀ ਗ੍ਰੇਸਫੁਲ ਬਹੁਤ ਹੁੰਦੀਆਂ, ਸੋਹਣੀਆਂ ਬਹੁਤ ਹੁੰਦੀਆਂ, ਗਰਮ ਬਹੁਤ ਹੁੰਦੀਆਂ ਨੇ। ਚਾਹੇ ਮਸ਼ੀਨੀ ਜਿੰਨੀ ਮਰਜ਼ੀ ਵੂਲਨ ਚੀਜ਼ਾਂ ਹੋਣ, ਉਹ ਇੱਕ ਵਾਰੀ ਅਟਰੈਕਟ ਕਰਦੀਆਂ ਨੇ, ਪਰ ਜਿਹੜੀ ਘਰ ਦੀ ਬਣੀ ਹੋਈ ਹੱਥ ਦੀ ਨਿਟਿੰਗ ਨਾਲ ਕੀਤੀ ਹੋਈ ਵੂਲਨ ਚੀਜ਼ਾਂ ਹੁੰਦੀਆਂ, ਉਹਨਾਂ ਦਾ ਤਾਂ ਜਿਹੜੀ ਆਕਰਸ਼ਣ ਹੀ ਕੁਝ ਹੋਰ ਹੁੰਦਾ ਹੈ। ਤੇ ਨਿਟਿੰਗ ਇੰਨੀ ਲੇਟ ਕਿਵੇਂ ਆਈ ਔਰ ਕਿਸ ਤਰ੍ਹਾਂ ਆਉਂਦੀ ਹੈ ਇੰਡੀਆ ਦੇ ਵਿੱਚ ਜਾਂ ਪੰਜਾਬ 'ਚ? ਨਿਟਿੰਗ ਪੰਜਾਬ ਵਿੱਚ ਇੰਡੀਆ 'ਚ ਤਾਂ ਆਈ ਹੈ ਕਿਉਂਕਿ ਜਦੋਂ ਸਕੂਲਸ ਖੁੱਲ੍ਹੇ ਆਲ ਓਵਰ ਇੰਡੀਆ ਇਨ ਪੰਜਾਬ, ਤਾਂ ਮਿਸ਼ਨਰੀਜ਼ ਨੇ ਸਕੂਲਾਂ ਵਿੱਚ ਸਿਖਾਈ ਆ ਫਰੋਮ 6th ਸਟੈਂਡਰਡ ਔਨਵਰਡਸ। ਉਹਨਾਂ ਨੇ ਨਿਟਿੰਗ ਔਰ ਪਹਿਲਾ ਆਰਟੀਕਲ ਜਿਹੜਾ ਲੇਡੀਜ਼ ਕੁੜੀਆਂ ਨੇ, ਇਹ ਕੁੜੀਆਂ ਨੂੰ ਹੀ ਸਿਖਾਇਆ ਗਿਆ, ਨਾਟ ਫॉर ਬॉयਜ਼। ਤਾਂ ਉਹਨਾਂ ਨੇ ਜਿਹੜਾ ਪਹਿਲਾ ਆਰਟੀਕਲ ਬਣਾਇਆ ਉਹ ਜੁਰਾਬ ਸੀਗਾ। ਸੋ ਲੋਟ ਆਫ ਪਲੇਸਿਸ ਨਿਟਿੰਗ ਔਰ ਜੁਰਾਬ ਬੁਣਨਾ ਬਿਕੇਮ ਸਿਨੋਨਿਮਸ। ਨਿਟਿੰਗ ਜਗ੍ਹਾ ਜਗ੍ਹਾ 'ਤੇ ਜੁਰਾਬ ਬੁਣਨਾ ਵੀ ਐਜ਼ ਅ ਜੁਰਾਬ ਬੁਣਨਾ ਵੀ ਰੈਫਰ ਕੀਤੀ ਹੈ, ਐਜ਼ ਅ ਨਿਟਿੰਗ ਵੀ ਰੈਫਰ ਕੀਤੀ ਹੈ ਜੀ। ਔਰ ਨਿਟਿੰਗ ਔਰ ਇੱਕ ਚੀਜ਼ ਹੋਰ ਮੈਂ ਪੁਆਇੰਟ ਆਊਟ ਕਰਨਾ ਚਾਹੂੰਗੀ ਕਿ ਜਿਹੜਾ ਕਨਸੈਪਟ ਆਫ ਵੇਅਰਿੰਗ ਵੂਲਨ ਕਲੋਥਸ ਇਨ ਪੰਜਾਬ ਪਹਿਲਾਂ 19th ਸੈਂਚੁਰੀ 'ਚ ਨਹੀਂ ਸੀਗਾ। ਜਿਹੜੇ ਰਾਈਟਰਸ ਵੀ ਹੈ, ਇੱਕ ਬੜਾ ਫੇਮਸ ਰਾਈਟਰ ਹੈ ਬੇਡਨ ਪਾਵਲ, ਜਿਹਨੇ 1872 ਵਿੱਚ ਕਿਤਾਬ ਲਿਖੀ ਹੈਗੀ ਹੈ ਔਨ ਪੰਜਾਬ ਐਂਡ ਇਟਸ ਮੈਨੂਫੈਕਚਰ। ਉਹਨੇ ਮੈਂਸ਼ਨ ਕੀਤਾ ਹੈ ਕਿ ਜਿਹੜਾ ਤਾਂ ਅਮੀਰ ਹੈ, ਜਿਹੜਾ ਲਿਟਲ ਵੈਲ ਆਫ ਪਰਸਨ ਹੈ, ਉਹ ਦੇ ਵੁੱਡ ਪ੍ਰੈਫਰ ਟੂ ਵੇਅਰ ਲੇਅਰਸ ਆਫ ਕਾਟਨ ਐਂਡ ਨਾਟ ਵੂਲਨ। ਜਿਹੜਾ ਹੂ ਵਾਜ਼ ਅ ਲਿਟਲ ਨਾਟ ਸੋ ਵੈਲ ਆਫ, ਉਹਨਾਂ ਨੇ ਸਸਤੇ ਕੰਬਲ ਨਾ ਲਪੇਟਦੇ ਸੀਗੇ। ਪਰ ਜਿਵੇਂ ਅੱਜ ਕੱਲ੍ਹ ਆਪਾਂ ਵੂਲਨ ਕਲੋਥਸ ਆਪਾਂ ਅੱਜ ਕੱਲ੍ਹ ਜਾਣਦੇ ਹਾਂ, ਇਹ ਪੰਜਾਬ ਵਿੱਚ ਲੋਕ ਨਹੀਂ ਸੀ ਪਾਉਂਦੇ। ਈਵਨ ਐਜ਼ ਲੇਟ ਐਜ਼ 1940s ਕੋਈ ਸੀਗਾ ਜਿਹੜਾ ਸਵੈਟਰ ਪਾਉਂਦਾ ਸੀਗਾ। ਜੀ ਜੀ। ਔਰ ਸੂਟਸ ਤੇ ਅਫਕੋਰਸ ਕਿਉਂਕਿ ਬਾਹਰੋਂ ਕੱਪੜਾ ਆਉਂਦਾ ਸੀਗਾ ਤਾਂ ਉਹ ਵੂਲਨ ਸੂਟ ਪਾ ਲੈਂਦੇ ਸੀ। ਜੀ ਜੀ ਜੀ। ਕਮੀਜ਼ਾਂ ਨੂੰ ਕਾਲਰ ਲੱਗ ਗਏ ਸੀਗੇ
ਉਸ ਤੋਂ ਪਹਿਲੇ ਕਮੀਜ਼ਾਂ ਕੁੜਤਿਆਂ ਵਾਂਗ ਹੁੰਦੀਆਂ ਸੀ, ਸਿੰਪਲ ਗਲਾ ਗੋਲ ਹੁੰਦਾ ਹੋਏਗਾ ਜਾਂ ਸ਼ਾਇਦ ਹਾਫ ਬੈਨ ਹੁੰਦਾ ਹੋਏਗਾ, ਪਤਾ ਨਹੀਂ, ਉਹ ਵੀ ਨਹੀਂ ਹੁੰਦਾ ਹੋਏਗਾ। ਪਰ ਕਾਲਰ ਕਨਸੈਪਟ ਮੇਰੇ ਖਿਆਲ ਯੂਰਪੀਅਨ ਸ਼ਰਟਸ ਤੇ ਜਿਹੜੇ ਅੰਗਰੇਜ਼ ਸੀਗੇ ਜਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਵਲੈਤ ਵਿੱਚ ਹੀ ਯੂਜ਼ ਕੀਤਾ ਜਾਂਦਾ ਸੀਗਾ। ਬਿਲਕੁਲ ਜੀ। ਸੋ ਇਹ ਕਹਿ ਲਓ ਕਿ ਡਾਇਰੈਕਟਲੀ ਡਿਰਾਈਵਡ ਫਰੋਮ ਵੈਸਟਰਨ, ਫਰੋਮ ਮੈਨਸ ਕਲੋਥਿੰਗ। ਇਹ ਇੱਕ ਗੱਲ ਹੋਰ ਹੈ ਕਿ ਕਿਉਂਕਿ ਜਦੋਂ ਵਰਲਡ ਵਾਰ ਦੇ ਟਾਈਮ ਨਾ, ਬਿਟਵੀਨ ਦ ਟੂ ਵਾਰਸ, ਫਰਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ, ਈਵਨ ਯੂਰਪ ਦਾ ਫੈਸ਼ਨ, ਯੂਰਪ ਦਾ ਵੂਮਨਸ ਫੈਸ਼ਨ ਕਾਫੀ ਇਨਫਲੂਐਂਸ, ਪ੍ਰਭਾਵਿਤ ਹੋਇਆ ਹੈ ਟੇਕਿੰਗ ਐਲੀਮੈਂਟਸ ਫਰੋਮ ਮੈਨਸ ਕਲੋਥਿੰਗ। ਸੋ ਉਹੀ ਚੀਜ਼ ਆਪਾਂ ਇੰਡੀਆ ਵਿੱਚ, ਸਪੈਸ਼ਲੀ ਪੰਜਾਬ ਦੇ ਕੱਪੜਿਆਂ ਵਿੱਚ, ਉਹਨਾਂ ਨੇ, ਤੁਸੀਂ ਦੇਖੋਗੇ ਸ਼ਰਟ ਦੇ ਉੱਤੇ ਕਾਲਰ ਬਣੇ ਆ ਔਰ ਇੱਕ ਸਾਹਮਣੇ ਪੱਟੀ ਬਣਾਈ ਹੈ, ਉਹਦੇ ਤੇ ਜਸਟ ਲਾਈਕ ਮੈਨਸ ਸ਼ਰਟਸ, ਔਰ ਕਫ ਬਣੇ ਹੈ, ਔਰ ਇੱਕੋ ਪਾਉਣਾ ਸ਼ੁਰੂ ਕੀਤਾ ਸੀ ਉਹਨਾਂ ਨੇ, ਇੱਕ ਗਾਰਮੈਂਟ ਵਾਸਕਟ ਜੀ, ਜਿਹੜਾ ਵੀ ਜਸਟ ਲਾਈਕ ਮੈਨਸ ਵੇਸਟਕੋਟ, ਉਹਦਾ ਨਾਮ ਵੀ ਸਿਨੋਨਿਮਸ ਹੈ। ਜੀ 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 ਜੀ। ਜਿੱਥੋਂ ਤੱਕ ਤੁਸੀਂ ਟੈਕਸਟਾਈਲ ਤੇ ਕੰਮ ਕੀਤਾ ਹੈ, ਜ਼ਿਆਦਾਤਰ ਰਿਸਰਚ ਉਸ ਤੇ ਕੀਤੀ ਹੈ, ਔਰ ਤੁਸੀਂ ਡਿਫਰੈਂਟ ਟੈਕਸਟਾਈਲਸ, ਕੱਪੜੇ ਜਿਹੜੇ ਸੀਗੇ, ਕੱਪੜੇ ਦੀਆਂ ਪ੍ਰਕਾਰਾਂ ਕਹਿ ਸਕਦੇ ਹਾਂ ਜਾਂ ਕਾਈਂਡਸ ਕਹਿ ਸਕਦੇ, ਕਿਸਮਾਂ ਨੂੰ ਢੂੰਡਦੇ ਫਿਰਦੇ ਸੀ, ਕਢਾਈਆਂ ਨੂੰ ਢੂੰਡਦੇ ਫਿਰਦੇ ਸੀ। ਉਹਦੇ ਵਿੱਚ ਤੁਸੀਂ ਇੱਕ ਆਰਟੀਕਲ ਜਿਹੜਾ ਫਰਨੀਚਰ ਤੇ ਵੀ ਲਿਖਿਆ ਹੈ, ਹਾਊ ਫਰਨੀਚਰ ਐਲੀਵੇਟਡ ਲਾਈਫ ਸਟਾਈਲ। ਹਾਂਜੀ। ਉਹਦਾ ਕੀ ਕਨਸੈਪਟ ਸੀਗਾ, ਔਰ ਫਰਨੀਚਰ ਤੇ ਕਿੱਦਾਂ ਤੁਸੀਂ ਚਲੇ ਗਏ, ਸ਼ਿਫਟ ਕਰ ਗਏ, ਜਾਂ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਉਹ ਵਾਲਾ ਆਰਟੀਕਲ ਲਿਖਿਆ ਹੈ, ਡਰਾਈਵ ਕਿਉਂ ਹੋਇਆ? ਹਾਂਜੀ, ਫਰਨੀਚਰ ਬੜਾ ਰਿਲੇਟਡ ਹੈ ਇਸ ਜੋ ਆਪਾਂ ਪਾਉਂਦੇ ਹਾਂ ਔਰ ਜੋ ਆਪਾਂ ਜਿਸ ਤਰ੍ਹਾਂ ਕੁਰਸੀਆਂ ਤੇ ਬੈਠਦੇ ਹਾਂ। ਅੱਛਾ, ਪਹਿਲਾਂ ਇੱਕ ਮੈਂ ਚੀਜ਼ ਪੁਆਇੰਟ ਆਊਟ ਕਰਨਾ ਚਾਹੁੰਦੀ ਕਿ ਪਹਿਲਾਂ ਸਾਡੇ ਇੰਡੀਆ ਵਿੱਚ, ਪੰਜਾਬ ਵਿੱਚ ਫਰਸ਼ ਤੇ ਬੈਠਦੇ ਸੀ ਜੀ। ਇੱਕ ਚਾਦਰ ਵਿਛਾਈ, ਗੱਦਾ ਸੀ ਔਰ ਚਾਦਰ ਵਿਛਾਈ ਜਾਂਦੀ ਸੀ, ਔਰ ਉੱਪਰ ਸਾਰਾ ਕੰਮ ਉੱਥੇ ਹੁੰਦਾ ਸੀਗਾ, ਜਿਹਨੂੰ ਕਹਿ ਲਓ ਲੋਕਾਂ ਨੂੰ ਮਿਲਣਾ, ਖਾਣਾ, ਸੌਣਾ ਸਭ ਫਰਸ਼ ਤੇ ਹੁੰਦਾ, ਜਿਹਨੂੰ ਬੈਠਕ ਕਹਿੰਦੇ ਸੀਗੇ। ਬੈਠਕ। ਤਾਂ ਵੱਡੇ ਵੱਡੇ ਗੱਦੇ ਰੱਖੇ ਜਾਂਦੇ ਸੀਗੇ। ਤਾਂ ਹੌਲੀ ਹੌਲੀ ਜਿਵੇਂ ਯੂਰੋਪੀਅਨ ਕੁਰਸੀ ਆਈ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵੀ ਉਹਨਾਂ ਨੇ ਯੂਰੋਪੀਅਨ ਕੁਰਸੀ ਤੇ ਬਹੁਤ ਪੇਂਟਿੰਗਸ ਦਿਖਾਈਆਂ, ਜਿਹੜੇ ਯੂਰੋਪੀਅਨ ਕੁਰਸੀ ਤੇ ਉਹ ਬੈਠੇ ਹੋਏ ਆ। ਪਰ ਯੂਰੋਪੀਅਨ ਜਦੋਂ ਕੁਰਸੀਆਂ ਆਈਆਂ, ਲੋਕ ਬੈਠਣਾ ਸ਼ੁਰੂ ਹੋ ਗਏ, ਔਰ ਲੋਕਾਂ ਦੀ ਵੈਸਟਰਨਾਈਜੇਸ਼ਨ ਆਫ ਕਲੋਥਸ, ਜੋ ਉਹਨਾਂ ਦਾ ਪੱਛਮੀ ਪਹਿਨਾਵੇ ਤੇ ਉਹ ਪ੍ਰਭਾਵਿਤ ਹੋ ਕੇ ਉਹਨਾਂ ਨੇ ਕੱਪੜੇ ਪਾਉਣੇ ਸ਼ੁਰੂ ਕੀਤੇ, ਤਾਂ ਉਹਨਾਂ ਨੇ ਕੁਰਸੀਆਂ ਤੇ ਵੀ ਬੈਠਣਾ ਸ਼ੁਰੂ ਕੀਤਾ। ਉਹਦੇ ਵਿੱਚ ਇਹ ਹੈ ਕਨਸੈਪਟ ਕਿ ਪਹਿਲਾਂ ਜਦੋਂ ਆਦਮੀਆਂ ਨੇ ਕੋਟ ਪਾਏ ਕੁਰਤੇ ਪਜਾਮੇ ਦੇ ਨਾਲ, ਕੋਟ ਪਾਉਣ ਤੋਂ ਬਾਅਦ ਜਦੋਂ ਪੂਰੀ ਵੈਸਟਰਨਾਈਜੇਸ਼ਨ ਤਾਂ ਹੋਈ ਜਦੋਂ ਉਹਨਾਂ ਨੇ ਟਰਾਊਜ਼ਰਸ ਪਾਈਆਂ ਜਾਂ ਪੈਂਟ ਪਾਈ ਜੀ, ਔਰ ਜਦੋਂ ਪੈਂਟ ਪਾ ਲਈ ਉਦੋਂ ਉਹਨਾਂ ਲਈ ਨੀਚੇ ਬੈਠਣਾ ਮੁਸ਼ਕਿਲ ਸੀਗਾ। ਸੋ ਜਦੋਂ ਉਹਨਾਂ ਨੇ ਪੈਂਟ ਪਾ ਲਈ, ਉਹਨਾਂ ਦੇ ਘਰਾਂ ਵਿੱਚ ਮੇਜ਼ ਕੁਰਸੀਆਂ ਵੀ ਆ ਗਈਆਂ। ਜਦੋਂ ਕੁਰਸੀ ਆ ਗਈ, ਉਹਨਾਂ ਨੇ ਡਾਈਨਿੰਗ ਟੇਬਲ ਵੀ ਆ ਗਿਆ। ਡਾਈਨਿੰਗ ਟੇਬਲ ਆ ਗਿਆ ਤਾਂ ਹਾਊਸ ਹੋਲਡ ਲਿਨਨ ਵੀ ਆ ਗਈ। ਹਾਊਸ ਹੋਲਡ ਲਿਨਨ ਆਈ ਤਾਂ ਉਹਦੇ ਵਿੱਚ ਕਿਉਂਕਿ ਆਪਣੀ ਇੰਨੀ ਜ਼ਿਆਦਾ ਉਸ ਤਰੀਕੇ ਦਾ ਵੈਸਟਰਨ ਲਿਨਨ, ਟੇਬਲ ਲਿਨਨ ਨਹੀਂ ਸੀ ਯੂਜ਼ ਕਰਦੇ, ਪਰ ਜਦੋਂ ਉਹ ਸਾਡੇ ਕੋਲ ਆਈ ਤਾਂ ਇੰਨੀ ਜ਼ਿਆਦਾ ਅਵੇਲੇਬਲ ਨਹੀਂ ਸੀਗੀ ਮਾਰਕੀਟ ਵਿੱਚ। ਤਾਂ ਉੱਥੇ ਬੀਬੀਆਂ ਨੇ ਪੂਰਾ ਕਢਾਈਆਂ, ਜਿਹੜੀਆਂ ਕਿ ਵੈਸਟਰਨ ਸਟਾਈਲ ਕਢਾਈਆਂ ਸੀ, ਉਹ ਵੀ ਕੀਤੀਆਂ, ਔਰ ਉਹਨਾਂ ਨੂੰ ਕਰੋਸ਼ੀਏ ਨਾਲ ਲਾਈਨ ਕਰ। ਜੀ ਜੀ ਮੈਮ, ਬੜਾ ਇੱਕ ਡਿਫਰੈਂਟ ਜਿਹਾ ਸਵਾਲ ਹੈਗਾ, ਉਹ ਤੁਹਾਡੀ ਜ਼ਿੰਦਗੀ 'ਤੇ ਵੀ ਝਾਤ ਮਾਰ ਕੇ ਥੋੜ੍ਹੀ ਜਿਹੀ ਦੇਖਦੇ ਹਾਂ। ਤੁਸੀਂ ਕਿਹਾ ਕਿ ਮੈਂ ਹਾਊਸ ਵਾਈਫ ਰਹੀ ਹਾਂ ਬੇਸਿਕਲੀ ਤੁਸੀਂ, ਤੇ ਜਦੋਂ ਤੁਸੀਂ ਹਾਊਸ ਵਾਈਫ ਹੀ ਸੀਗੇ, ਫਿਰ ਤੁਹਾਡਾ ਰੁਝਾਨ ਐਡੇ ਵੱਡਾ, ਬਹੁਤ ਵੱਡਾ ਵਰਕ ਕਰ ਰਹੇ ਹੋ ਤੁਸੀਂ, ਟੈਕਸਟਾਈਲ 'ਤੇ ਰਿਸਰਚ ਕੀਤਾ, ਆਥਰ ਹੋ ਤੁਸੀਂ, ਤੇ ਡਿਫਰੈਂਟ ਤੁਸੀਂ ਐਗਜ਼ੀਬਿਸ਼ਨਸ, ਮਿਊਜ਼ੀਅਮਸ ਦੇ ਵਿੱਚ ਵੀ ਜਿਹੜਾ ਉੱਥੇ ਦੇਖਿਆ ਜਾਂ ਉੱਥੇ ਤੁਸੀਂ ਪਾਰਟਿਸਿਪੇਟ ਕੀਤਾ, ਤੁਸੀਂ ਸ਼ਾਇਦ ਲੈਕਚਰਸ ਵੀ ਕੀਤੇ। ਇਹ ਸਾਰੀਆਂ ਚੀਜ਼ਾਂ ਦਾ ਰੁਝਾਨ ਜਿਹੜਾ ਤੁਹਾਡਾ, ਉਹ ਕਿੱਥੋਂ ਸ਼ੁਰੂ ਹੁੰਦਾ, ਕਿਵੇਂ ਸ਼ੁਰੂ ਹੁੰਦਾ, ਸ਼ੁਰੂਆਤ ਕਿਵੇਂ ਹੁੰਦੀ ਹੈ? ਇਹ ਸ਼ੁਰੂਆਤ ਆਰਟ ਵਿੱਚ ਔਰ ਟੈਕਸਟਾਈਲਸ ਇਸ ਤਰ੍ਹਾਂ ਹੋਈ ਕਿ ਮੈਂ
ਅਮਰੀਕਾ ਗਈ ਸੀ। ਉੱਥੇ ਇੱਕ ਮੈਂ ਕਿਊਰੇਟਰ ਦਾ ਨਾ ਟੂਰ ਦੇ ਵਿੱਚ ਅਟੈਂਡ ਕੀਤਾ, ਔਰ ਉਹ ਇੰਡੀਆ ਅਮਰੀਕਨ ਲੇਡੀ ਸੀਗੀ, ਔਰ ਉਹ ਉਹਨਾਂ ਨੇ ਆਪਣੀ ਇੰਡੀਅਨ ਕਲਚਰ ਕਹਿ ਲਓ, ਸਾਰੇ ਪੁਰਾਣੀ ਸੱਭਿਅਤਾ ਦੇ ਉੱਤੇ ਇੰਨੀ ਰਿਸਰਚ ਕੀਤੀ ਹੋਈ ਸੀਗੀ ਕਿ ਉਹਨਾਂ ਨੂੰ ਸਭ ਚੀਜ਼ ਮੂੰਹ ਜ਼ਬਾਨੀ ਯਾਦ ਸੀਗਾ। ਸੁੰਗਾ ਪੀਰੀਅਡ, ਕੁਸ਼ਾਨ, ਗੁਪਤਾ, ਮੁਗਲ ਪੀਰੀਅਡ, ਉਹਨਾਂ ਦੀਆਂ ਡਿਫਰੈਂਟ ਉਹਨਾਂ ਦੇ ਫੀਚਰਸ ਕਿਸ ਤਰ੍ਹਾਂ ਡਿਸਟਿੰਗੁਇਸ਼ ਕਰ ਰਹੇ, ਔਰ ਕਾਫੀ ਉਹ 1-1.5 ਘੰਟਾ ਲਗਾ ਕੇ ਉਹਨੇ ਸਾਨੂੰ ਸਾਰਾ ਐਕਸਪਲੇਨ ਕੀਤਾ ਜੀ। ਪਰ ਜਦੋਂ ਮੈਂ ਘਰ ਆਈ ਤਾਂ ਮੈਨੂੰ ਬਹੁਤ ਆਪਣਾ ਛੋਟਾਪਨ ਮਹਿਸੂਸ ਹੋਇਆ ਜੀ ਕਿ ਮੈਂ ਇੰਡੀਆ ਦੀ ਹੋਣ ਕਰਕੇ, ਔਰ ਮੈਨੂੰ ਉਹਨਾਂ ਬਾਰੇ ਕੁਝ ਨਹੀਂ ਸੀ ਪਤਾ, ਕਿਉਂਕਿ ਮੈਨੂੰ ਨਾ ਮੈਂ ਹਿਸਟਰੀ ਪੜ੍ਹੀ ਸੀਗੀ ਜੀ, ਮੈਂ ਸਾਇੰਸ ਸਟੂਡੈਂਟ ਰਹੀ ਹਾਂ ਜੀ ਜੀ, ਔਰ ਨਾ ਮੈਨੂੰ ਇੰਨਾ ਇੰਟਰਸਟ ਸੀਗਾ ਜੀ। ਪਰ ਉਸ ਤੋਂ ਮੈਂ ਫਿਰ ਹੌਲੀ ਹੌਲੀ ਬੁੱਕਸ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਜੀ। ਫਿਰ ਸੈਕਿੰਡ ਮੇਰਾ ਇੰਟਰਸਟ ਟੈਕਸਟਾਈਲਸ ਤਾਂ ਹੋਇਆ ਜਦੋਂ ਮੈਂ ਇੱਕ ਵਾਰੀ ਕਾਬੁਲ ਵਿੱਚ ਗਈ ਸੀਗੀ। ਕਾਬੁਲ ਵਿੱਚ ਚਿਕਨ ਸਟਰੀਟ ਵਿੱਚ ਬਹੁਤ ਹੀ ਜ਼ਿਆਦਾ ਬਿਊਟੀਫੁਲ ਕਢਾਈਆਂ ਮਿਲਦੀਆਂ ਸੀਗੀਆਂ, ਸੈਂਟਰਲ ਏਸ਼ੀਅਨ ਟੈਕਸਟਾਈਲਸ ਜੀ। ਤਾਂ ਉਹ ਮੈਂ ਖਰੀਦੀਆਂ ਵੀ, ਔਰ ਮੈਂ ਬਹੁਤ ਉਹਨਾਂ 'ਤੇ ਕੋਸ਼ਿਸ਼ ਕੀਤੀ ਰਿਸਰਚ ਕਰਨ ਦੀ, ਪਰ ਉਹ ਮੇਰੀ ਗੱਲ ਉਸ 'ਤੇ ਜ਼ਿਆਦਾ ਵਧੀ ਨਹੀਂ ਜੀ ਔਨ ਸੈਂਟਰਲ ਏਸ਼ੀਅਨ। ਪਰ ਫਿਰ ਮੈਂ ਆਪਣਾ ਫੋਕਸ ਇੰਡੀਅਨ ਟੈਕਸਟਾਈਲਸ ਸਪੈਸ਼ਲੀ ਪੰਜਾਬ ਉੱਤੇ ਸ਼ਿਫਟ ਕਰ। ਜੀ ਜੀ ਜੀ। ਬੇਸਿਕਲੀ ਜੇ ਅਸੀਂ ਪੰਜਾਬ ਨੂੰ ਦੇਖਦੇ ਹਾਂ ਜਾਂ ਪੰਜਾਬ ਦੇ ਕਲਚਰ ਦੀ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਜੇ ਅਸੀਂ ਕੱਪੜਿਆਂ ਦੀ ਗੱਲ ਕਰੀਏ ਤਾਂ ਸਾਡੇ ਕੋਲ ਇੱਕ ਹੀ ਚੀਜ਼ ਸਾਹਮਣੇ ਆਉਂਦੀ ਹੈ, ਫੁਲਕਾਰੀ। ਜੀ। ਫੁਲਕਾਰੀ ਤੋਂ ਇਲਾਵਾ ਤੁਸੀਂ ਹੋਰ ਬਹੁਤ ਸਾਰੇ, ਕਿਉਂਕਿ ਜਿਹੜੀ ਤੁਸੀਂ ਬੁੱਕ ਲਿਖੀ ਉਹਦੇ ਵਿੱਚ ਤਾਂ ਤੁਸੀਂ ਬਹੁਤ ਡਿਫਰੈਂਟ ਕਢਾਈਆਂ ਤੇ ਡਿਫਰੈਂਟ ਟੈਕਸਟਾਈਲਸ 'ਤੇ ਕੰਮ ਕੀਤੀ ਹੈ। ਫੇਮਸ ਬੇਸਿਕਲੀ ਜਦੋਂ ਪੰਜਾਬ ਦੀ ਗੱਲ ਕਰੋਗੇ ਜਾਂ ਬਾਹਰ ਵੀ ਜਾਓਗੇ ਤਾਂ ਕਹਿਣਗੇ ਜੀ ਸਾਡੇ ਲਈ ਫੁਲਕਾਰੀਆਂ ਲੈ ਆਇਓ। ਹਾਂਜੀ। ਫੁਲਕਾਰੀ ਦੀ ਕਢਾਈ ਜ਼ਿਆਦਾ ਤੋਂ ਜ਼ਿਆਦਾ ਦਬਕੇ ਦੀ ਕਢਾਈ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ। ਪਰ ਤੁਸੀਂ, ਤੁਹਾਡੀ ਕਲੈਕਸ਼ਨ ਬਹੁਤ ਵਾਸਟ ਹੈਗੀ ਹੈ। ਹੋਰ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਤੁਸੀਂ ਕੱਢ ਕੇ ਸਾਹਮਣੇ ਲੈ ਕੇ ਆਏ? ਕਈਆਂ ਦੇ ਨਾਮ ਵੀ ਨਹੀਂ ਯਾਦ ਹੋਣੇ ਜਾਂ ਨਾਨੀਆਂ ਦਾਦੀਆਂ ਨੂੰ ਯਾਦ ਹੋਣੇ। ਤੇ ਨਾਲ ਹੀ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ, ਕਿਹੜੀਆਂ ਨੇ ਜਿਹੜੀਆਂ ਹੁਣ ਲੁਪਤ ਹੋ ਰਹੀਆਂ, ਜਿਹੜੀਆਂ ਕਿ ਸਾਡੇ ਤੋਂ ਕਿਤੇ ਨਾ ਕਿਤੇ ਗੁਆਚਦੀਆਂ ਜਾ ਰਹੀਆਂ ਨੇ? ਤੇ ਜਿਹੜੀ ਮੇਰਾ ਬੇਸਿਕਲੀ ਬੁੱਕ ਇਨਫਲੂਐਂਸਸ 'ਤੇ ਆ, ਬ੍ਰਿਟਿਸ਼ ਰਾਜ 'ਤੇ। ਸੋ ਉਹਦੇ ਵਿੱਚ ਮੈਂ ਜਿਹੜੀ ਮੇਨ ਕਢਾਈਆਂ ਕਵਰ ਕੀਤੀਆਂ ਆ ਉਹ ਯੂਰਪੀਅਨ ਸਟਾਈਲ, ਜਿਵੇਂ ਆਪਾਂ ਨਾਨੀ ਦਾਦੀ ਸਭ ਦੇ ਘਰਾਂ ਵਿੱਚ ਉਹ ਆਪਾਂ ਦੇਖੀਏ ਦਸੂਤੀ ਔਰ ਭਰਵੀਂ ਕਢਾਈ ਔਰ ਕਰੋਸ਼ੀਆ ਸਭ ਕਰਦੇ ਸੀਗੇ, ਔਰ ਉਹ ਸਭ ਹੁਣ ਨਹੀਂ ਹੋ ਰਿਹਾ ਜੀ। ਉਸ ਤੋਂ ਇਲਾਵਾ ਜਿਹੜੇ ਜਿਵੇਂ ਖੇਸ ਕਹਿ ਲਓ, ਦਰੀਆਂ ਕਹਿ ਲਓ, ਜੀ। ਉਹ ਥੋੜ੍ਹਾ ਬਹੁਤ ਕੰਮ ਹੋ ਰਿਹਾ ਪਰ ਬਹੁਤ ਘੱਟ ਤੋਂ ਘੱਟ ਹੋਈ ਜਾ ਰਿਹਾ। ਜੀ ਜੀ। ਸੋ ਉਹ ਕੰਮ ਤਾਂ ਕਾਫੀ ਮਤਲਬ ਖਤਮ ਹੀ ਹੈ। ਫੁਲਕਾਰੀ ਦੀ ਵੀ ਕਹਿ ਲਓ ਤੇ ਫੁਲਕਾਰੀ ਦਾ ਜੋ ਉਹਦਾ ਪੈਟਰਨ ਸੀ ਔਰ ਜੋ ਉਹਦਾ ਗੈਟਅਪ ਸੀਗਾ ਖੱਦਰ ਉੱਤੇ, ਉਹ ਤਾਂ ਹੁਣ ਨਹੀਂ ਹੋ ਰਿਹਾ। ਖੈਰ, ਪਰ ਫਿਰ ਵੀ ਮੈਂ ਕਹਿੰਦੀ ਹਾਂ ਕਿ ਫੁਲਕਾਰੀ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਨਿਊਅਰ ਫਾਰਮ, ਨਿਊਅਰ ਫੈਬਰਿਕ ਦੇ ਨਾਲ ਥੋੜ੍ਹੀ ਬਹੁਤ ਸਰਵਾਈਵ ਕਰ ਰਹੀ ਹੈ। ਪਰ ਉਸ ਤੋਂ ਇਲਾਵਾ ਖੇਸ ਵਗੈਰਾ ਬਿਲਕੁਲ ਖਤਮ ਹੀ ਹੋ ਗਏ ਹੈ। ਜੀ। ਪਰ ਮੈਮ ਜਿੱਥੇ ਤੱਕ ਖਤਮ ਹੋ ਗਏ ਹੈ ਤਾਂ ਆਪਾਂ ਮਤਲਬ ਕਹਿ ਦਿੰਦੇ ਹਾਂ, ਤੁਹਾਨੂੰ ਲੱਗਦਾ ਰਿਵਾਈਵ ਹੋ ਸਕਦੇ ਦੁਬਾਰਾ? ਕਿਉਂਕਿ ਕਹਿੰਦੇ ਹੁੰਦੇ ਕਿਸੇ ਵੀ ਖਿੱਤੇ ਦੀ ਜਾਂ ਕਿਸੇ ਵੀ ਏਰੀਆ ਦੀ ਜਾਂ ਕਿਸੇ ਵੀ ਜਗ੍ਹਾ ਦੀ ਜਿਹੜੀ ਵੀ ਕੋਈ ਕਲਚਰ ਹੈਗਾ ਉਹਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ, ਖਾਸ ਕਰਕੇ ਉਹਦੇ ਟੈਕਸਟਾਈਲਸ, ਉਹਦੇ ਕੱਪੜੇ, ਉਹਦੀਆਂ ਕਢਾਈਆਂ ਜਾਂ ਕੁਛ ਵੀ। ਜੇ ਆਪਾਂ ਵੈਸਟਰਨ ਕਲਚਰ ਦੀ ਵੀ ਗੱਲ ਕਰੀਏ, ਡੈਫੀਨੇਟਲੀ ਉਸ 'ਚ ਬਹੁਤ ਚੇਂਜਸ ਆਏ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਲੋਕ ਆਪਣੀ ਕਲਚਰ ਨੂੰ ਬੜਾ ਸੰਭਾਲ ਕੇ ਰੱਖਦੇ ਹੈ। ਉਹ ਲੋਕ ਜ਼ਿਆਦਾਤਰ ਗਾਊਨਸ ਔਰ ਕਰੋਸ਼ੀਆਜ਼ ਇਹਨਾਂ ਚੀਜ਼ਾਂ 'ਤੇ ਬਹੁਤ ਕੌਨਸਨਟਰੇਟ ਕਰਦੇ ਰਹੇ ਹੈ। ਖਾਸ ਕਰਕੇ ਬਲੈਕ ਐਂਡ ਵਾਈਟਸ ਜਿਹੜੇ ਨੇ ਉਹਨਾਂ ਦੇ ਬਹੁਤ ਫੇਵਰੇਟ ਰਹੇ ਨੇ। ਸਾਡੀ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਰੰਗ ਬਿਰੰਗੇ ਬਹੁਤ ਸਾਰੇ ਡਾਰਕ ਜਿਹੜੇ ਨੇ, ਬਹੁਤ ਹੀ ਉੱਭਰਵੇਂ ਰੰਗ ਜਿਹਨੂੰ ਆਪਾਂ ਕਹਿੰਦੇ ਹਾਂ, ਗਹਿਰੇ ਰੰਗ ਜਿਹੜੇ ਨੇ ਉਹ ਪਸੰਦ ਕੀਤੇ ਜਾਂਦੇ ਆ। ਜੇ ਫੁਲਕਾਰੀ ਦੀ ਵੀ ਗੱਲ ਕਰੀਏ, ਆਪਾਂ ਦੇਖਦੇ ਹਾਂ ਕਿੰਨੇ ਡਿਫਰੈਂਟ ਕਲਰਸ ਨੇ ਉਹਦੇ ਵਿੱਚ, ਕਲਰ ਕੰਬੀਨੇਸ਼ਨਸ ਬੜੇ
ਮਤਲਬ ਵਾਈਬ੍ਰੈਂਟ ਕਲਰਸ ਹੁੰਦੇ ਜਿਹਨੂੰ ਆਪਾਂ ਗੱਲ ਕਰ ਸਕਦੇ ਹਾਂ, ਰੰਗ ਬਿਰੰਗੇ, ਤੇ ਉਹਨਾਂ ਚੀਜ਼ਾਂ ਨੂੰ ਬਚਾਇਆ ਜਾ ਸਕਦਾ ਤੁਹਾਨੂੰ ਲੱਗਦਾ ਹੈ? ਮੈਨੂੰ ਲੱਗਦਾ ਹੈ ਕਿ ਹਰ ਇੱਕ ਚੀਜ਼ ਨੂੰ ਨਾ ਜਿਵੇਂ ਹੁਣ ਦੇਖ ਲਓ ਆਪਾਂ ਜਿਵੇਂ ਕਾਨੀ ਜਿਹੜੀ ਹੈ ਸ਼ਾਲ ਕਸ਼ਮੀਰ ਦੀ, ਉਹ ਵੀ ਇੱਕ ਟਾਈਮ ਤੇ ਐਕਸਪੋਰਟ ਹੁੰਦੀ ਸੀਗੀ ਜੀ। ਤਾਂ ਪਰ ਜਦੋਂ ਐਂਡ ਆਫ 19th ਸੈਂਚੁਰੀ ਉਹ ਖਤਮ ਹੋ ਗਈ। ਪਰ ਹੁਣ ਅੱਜ ਕੱਲ੍ਹ ਉਹਨੂੰ ਇੱਕ ਨਵੇਂ ਤਰੀਕੇ ਨਾਲ ਲਿਆ ਕੇ ਨਵੇਂ ਫੈਸ਼ਨ ਨਾਲ ਜੀ। ਦੇ ਆਰ ਟਰਾਈਂਗ ਟੂ ਰਿਵਾਈਵ ਇਟ। ਉਸੇ ਤਰ੍ਹਾਂ ਨਾਲ ਜਿਹੜੀ ਪੁਰਾਣੀਆਂ ਚੀਜ਼ਾਂ ਆ, ਮੇਰੇ ਹਿਸਾਬ ਨਾਲ ਉਹ ਟੈਕਨੀਕ ਪੁਰਾਣੀ ਲੈ ਕੇ ਜੀ ਉਹਨੂੰ ਨਵੇਂ ਤਰੀਕੇ ਨਾਲ ਨਵੇਂ ਸਿਰੇ ਨਾਲ, ਜਿਹੜੇ ਕਿ ਦੇਖੋ ਕ੍ਰਾਫਟ ਤਾਂ ਸਰਵਾਈਵ ਕਰਦਾ ਜਾਂ ਆਰਟ ਤਾਂ ਸਰਵਾਈਵ ਕਰਦੀ ਜੇ ਉਹਦਾ ਕੋਈ ਕਸਟਮਰ ਹੋਵੇ, ਜੀ। ਕੋਈ ਖਰੀਦਣ ਵਾਲਾ ਹੋਵੇ। ਜੀ। ਕਿਉਂਕਿ ਜਿਹੜਾ ਆਰਟਿਜ਼ਨ ਹੈ ਉਹ ਵੀ ਬਣਾ ਕੇ ਘਰ ਤਾਂ ਖਾਲੀ ਆਪਣਾ ਯੂਜ਼ ਹੀ ਕਰ ਸਕਦਾ ਹੈ, ਪਰ ਉਹ ਸਿਰਫ ਰੱਖੇਗਾ ਤਾਂ ਨਹੀਂ ਨਾ। ਇਹਦੇ 'ਚ ਇਹ ਵੀ ਇੱਕ ਕੋਸ਼ਿਸ਼ ਮਤਲਬ ਇਹਦੇ ਵਿੱਚ ਇਹ ਵੀ ਇੱਕ ਪੁਆਇੰਟ ਜਾਂ ਇਹ ਵੀ ਇੱਕ ਕਾਰਨ ਵਜ੍ਹਾ ਰੀਜ਼ਨ ਆ ਗਿਆ ਕਿ ਮਸ਼ੀਨੀ ਬਣੀਆਂ ਹੋਈਆਂ ਚੀਜ਼ਾਂ, ਚਾਹੇ ਉਹ ਕਢਾਈ ਵੀ ਡਿਫਰੈਂਟ ਤਰੀਕੇ ਦੀਆਂ ਕੀਤੀਆਂ ਹੁੰਦੀਆਂ ਉਸ 'ਤੇ ਮਸ਼ੀਨੀ, ਜਾਂ ਕਸ਼ੀਦਾਕਾਰੀ ਡਿਫਰੈਂਟ ਤਰੀਕੇ ਨਾਲ ਮਸ਼ੀਨ ਨਾਲ ਕੀਤੀ ਜਾਂਦੀ ਹੈ, ਕਿਉਂਕਿ ਉਹ ਬੜੇ ਵੱਡੇ ਲੋਟ ਦੇ ਵਿੱਚ ਚੀਜ਼ਾਂ ਬਣਦੀਆਂ ਤਾਂ ਥੋੜ੍ਹੀਆਂ ਚੀਪਰ ਹੋ ਜਾਂਦੀਆਂ ਨੇ, ਥੋੜ੍ਹੀਆਂ ਇਟ ਬਿਕਮਸ ਇਕਨੋਮਿਕਲ ਅਫੇਅਰ। ਅਤੇ ਜਿਹੜਾ ਕਸ਼ੀਦਾਕਾਰੀ ਕਰੇਗਾ ਹੱਥ ਨਾਲ, ਹੈਂਡੀਕ੍ਰਾਫਟ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਆਰਟੀਜ਼ਨ ਹੈਗਾ, ਉਹ ਟਾਈਮ ਬਹੁਤ ਲਾਉਂਦਾ ਹੈ, ਉਹਦੀ ਮਿਹਨਤ ਲੱਗਦੀ ਹੈ, ਲੇਬਰ ਬਹੁਤ ਲੱਗਦੀ ਹੈ। ਅਤੇ ਡੈਫੀਨੇਟਲੀ ਜਿਹੜੀ ਹੱਥ ਦੀ ਕੱਢੀ ਹੋਈ ਫੁਲਕਾਰੀ ਜਾਂ ਫਿਰ ਕੋਈ ਵੀ ਆਰਟ ਕਰਾਫਟ ਹੋਏਗਾ ਉਹ ਬਹੁਤ ਐਕਸਪੈਂਸਿਵ ਤਾਂ ਹੋਏਗਾ ਹੀ। ਬਿਲਕੁਲ, ਇਹ ਤੁਹਾਡਾ ਕਹਿਣਾ ਬਿਲਕੁਲ ਸਹੀ ਹੈ ਕਿ ਇਹੀ ਗੱਲ ਹੈ ਕਿ ਉਹ ਕ੍ਰਾਫਟ ਨਾ ਆਲਮੋਸਟ ਡਾਈਂਗ ਹੋ, ਇਟਸ ਡਿਮਿਨਿਸ਼ਿੰਗ ਐਂਡ ਇਟਸ ਗੈਟਿੰਗ ਲੋਸਟ। ਪਰ ਉਹਦੀ ਗੱਲ ਮੇਰਾ ਕਹਿਣਾ ਇਹ ਹੈ ਕਿ ਤੁਸੀਂ ਉਹੀ ਟੈਕਨੀਕ ਰੱਖੋ। ਜੇ ਪਹਿਲਾਂ ਇੱਕ ਚੀਜ਼ ਨੂੰ ਪੂਰੀ ਫੁਲਕਾਰੀ ਦਾ ਦੁਪੱਟਾ ਮੰਗਰ ਪੂਰੀ ਚਾਦਰ ਦੇ ਸਾਈਜ਼ ਦਾ ਬਣਾਉਂਦੇ ਸੀ, ਛੋਟੀਆਂ ਚੀਜ਼ਾਂ ਬਣਾਓ ਜਿਵੇਂ, ਪਰ ਉਹ ਟੈਕਨੀਕ ਉਹੀ ਰੱਖੋ। ਜਿਵੇਂ ਕੋਸਟਰ ਬਣਾ ਸਕਦੇ ਹਾਂ, ਮੈਟ ਦਾ ਕਿਨਾਰਾ ਬਣਾ ਸਕਦੇ ਹਾਂ, ਕੋਈ ਸਕਾਰਫਸ ਬਣਾ ਸਕਦੇ ਹਾਂ, ਜਾਂ ਬਾਰਡਰ ਛੋਟੇ ਵਗੈਰਾ। ਸੋ ਚੀਜ਼ਾਂ ਕਰਨੀਆਂ ਪੈਂਦੀਆਂ, ਪਰ ਉਹਦੇ ਵਿੱਚ ਗਵਰਨਮੈਂਟ ਨੂੰ ਵੀ ਸਾਥ ਦੇਣਾ ਚਾਹੀਦਾ। ਜੀ ਜੀ ਜੀ। ਗਵਰਨਮੈਂਟ ਜੇ ਨਾ ਸਪੋਰਟ ਕਰੇ ਫਿਰ ਨਹੀਂ ਹੋ ਸਕਦਾ। ਜੀ ਜੀ ਜੀ। ਅੰਗਰੇਜ਼ਾਂ ਨੇ ਸਾਡੇ ਉੱਪਰ ਬਹੁਤ ਲੰਮਾ ਰਾਜ ਕੀਤਾ ਹੈ, ਉਹਨਾਂ ਨੇ ਸਾਨੂੰ ਬਹੁਤ ਕੁਛ ਦਿੱਤਾ। ਖਾਸ ਕਰਕੇ ਜੇ ਅਸੀਂ ਗੱਲ ਕਰੀਏ ਤਾਂ ਜਿੱਥੇ ਗੁਲਾਮੀ ਦਿੱਤੀ, ਉਹਦੇ ਨਾਲ ਨਾਲ ਸਾਨੂੰ ਸਕੂਲਸ ਵੀ ਦਿੱਤੇ, ਰੇਲਵੇਜ਼ ਵੀ ਦਿੱਤੇ, ਪੁਲ ਵੀ ਦਿੱਤੇ। ਜਿਹੜੇ ਬ੍ਰਿਜਸ ਜਾਂ ਫਿਰ ਰੇਲ ਦੇ ਜਿਹੜਾ ਐਡਾ ਲੰਬਾ ਚੌੜਾ ਜਾਲ ਵਿਛਾਇਆ ਹੈ, ਉਹ ਆਪਣੇ ਆਪ ਦੇ ਵਿੱਚ ਜਿਹੜਾ ਸ਼ਾਇਦ ਹਜੇ ਤੱਕ ਖੜ੍ਹਾ ਹੈ, ਇੰਨੇ ਸਾਲਾਂ ਦੇ ਬਾਅਦ ਵੀ, ਉਹਨਾਂ ਦੇ ਜਾਣ ਦੇ ਬਾਅਦ ਵੀ, ਔਰ ਉਹ ਹਜੇ ਵੀ ਐਜ਼ ਐਨ ਐਗਜ਼ਾਮਪਲ ਦੱਸਿਆ ਅਤੇ ਕਿਹਾ ਜਾਂਦਾ ਵੀ ਉਹਨਾਂ ਵਰਗੇ ਪੁਲ ਬਣਾਏ ਹੋਏ, ਉਹਨਾਂ ਵਰਗੇ ਜਿਹੜੇ ਬ੍ਰਿਜਸ ਬਣਾਏ ਹੋਏ ਉਹ ਦੁਬਾਰਾ ਨਹੀਂ ਬਣ ਸਕਦੇ। ਅਤੇ ਉਹਨਾਂ ਦੀਆਂ ਇੰਡੀਆ ਦੇ ਡਿਫਰੈਂਟ ਹਿੱਸੇ ਦੇ ਵਿੱਚ ਜੇ ਅਸੀਂ ਦੇਖੀਏ, ਈਵਨ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਉਹਨਾਂ ਦੀ ਆਰਕੀਟੈਕਟ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਵੀ ਜਾਂਦਾ ਹੈ, ਅਤੇ ਹਜੇ ਉਹਦੇ ਸਾਡੇ ਕੋਲ ਨਿਸ਼ਾਨ ਵੀ ਪਏ ਨੇ। ਇਸੇ ਤਰੀਕੇ ਦੇ ਨਾਲ ਬ੍ਰਿਟਿਸ਼ ਐਮਪਾਇਰ ਜਿਹੜਾ ਸੀ, ਉਹਨੇ ਸਾਨੂੰ ਕੱਪੜਾ ਵੀ ਔਰ ਲਾਈਫ ਸਟਾਈਲ, ਰਹਿਣ ਦਾ ਤਰੀਕਾ, ਸਾਡੀ ਪੁਸ਼ਾਕ 'ਤੇ ਵੀ ਇਨਫਲੂਐਂਸ ਕੀਤਾ। ਹਾਂਜੀ, ਤੁਸੀਂ ਇਹ ਦੇਖ ਲਓ, ਜਦੋਂ ਤਕਰੀਬਨ 200 ਸਾਲ ਰੂਲ ਕੀਤਾ, 100 ਸਾਲ ਤਾਂ ਡਾਇਰੈਕਟ ਪੰਜਾਬ ਵਿੱਚ। ਬਿਲਕੁਲ। ਤਾਂ ਜਦੋਂ 100 ਸਾਲ ਪਹਿਲਾਂ ਜਦੋਂ ਉਹ ਆਏ ਸੀ ਔਰ ਜਦੋਂ ਉਹ ਗਏ ਆ, ਟੋਟਲੀ ਫਰਕ ਸੀਗੀਆਂ ਚੀਜ਼ਾਂ, ਨਵੀਂ ਲੈਂਗੁਏਜ, ਨਵੇਂ ਉਹਦੀਆਂ ਦੇਖੋ ਐਡਵਾਂਟੇਜਸ ਵੀ ਹੈ, ਡਿਸਐਡਵਾਂਟੇਜ ਵੀ, ਦੋਨੋਂ ਪਕਸ਼ ਹੁੰਦੇ ਆ। ਜੀ ਜੀ। ਤਾਂ ਉਹਨਾਂ ਨੇ ਸਕੂਲਸ ਖਿਲਾਏ, ਉਹਦੇ ਨਾਲ ਉਸ ਕਰਕੇ ਅਸੀਂ ਚੀਜ਼ਾਂ ਪੂਰਾ ਗਲੋਬਲੀ ਆਪਣਾ ਇੰਡੀਆ ਖੁੱਲ੍ਹ ਗਿਆ। ਜੀ ਜੀ। ਇਰਰਿਸਪੈਕਟਿਵ ਦੂਜੀਆਂ ਕੰਟਰੀਜ਼ 'ਚ ਜਿਹੜੀਆਂ ਇੰਨੀ ਇੰਗਲਿਸ਼ ਨਹੀਂ ਸੀ ਜਾਣਦੇ, ਜੀ ਜੀ, ਉਹਨਾਂ ਨੂੰ ਫਰਕ ਤਾਂ ਪਿਆ ਆ। ਜੀ ਜੀ ਜੀ। ਮੈਮ, ਤੁਸੀਂ ਆਪਣੀ ਜਦੋਂ ਬੁੱਕ ਲਿਖੀ, ਤੁਹਾਨੂੰ ਸਭ ਤੋਂ ਔਖਾ ਕੀ ਲੱਗਿਆ ਇਸ ਬੁੱਕ ਦੇ ਵਿੱਚ? ਜਦੋਂ ਤੁਸੀਂ ਖਾਸ ਕਰਕੇ ਬੁੱਕ ਲਿਖ ਰਹੇ ਸੀਗੇ, ਮਤਲਬ ਜਿੱਥੇ ਤੁਹਾਨੂੰ ਜ਼ਿਆਦਾ ਸਟਰੈਸ ਕਰਨਾ ਪਿਆ, ਤੁਹਾਨੂੰ ਇੱਦਾਂ ਲੱਗਿਆ ਕਿ ਮੈਨੂੰ ਇਹ ਕੰਮ ਮੈਂ ਛੇੜ ਤਾਂ ਲਿਆ, ਮੇਰੇ ਤੋਂ ਪੂਰਾ ਨਹੀਂ ਹੋਣਾ? ਕਿਉਂਕਿ ਮੈਨੂੰ ਲੱਗਦਾ ਜਿਹੜੀ ਚੀਜ਼ਾਂ ਤੁਸੀਂ ਇਕੱਠੀਆਂ ਕਰ ਰਹੇ ਸੀ, ਵਾਕਈ ਬਹੁਤ ਲੰਮਾ ਚੌੜਾ ਕੰਮ ਹੈ, ਬਹੁਤ ਔਖਾ ਕੰਮ ਸੀਗਾ। ਕਈ ਚੀਜ਼ਾਂ ਔਖੀਆਂ ਸੀ, 2-3 ਆਈਲ ਸ਼ੇਅਰ 2 ਥਿੰਗਸ ਵਿਦ ਯੂ। ਇੱਕ ਤਾਂ ਇਹ ਮਟੀਰੀਅਲ ਕਿਤੇ ਸੀ ਨਹੀਂ ਨਾ ਮਿਊਜ਼ੀਅਮ ਵਿੱਚ। ਮੈਨੂੰ ਜਗ੍ਹਾ ਜਾ ਕੇ ਲਾਇਬ੍ਰੇਰੀਜ਼, ਮੈਂ ਨਹਿਰੂ ਲਾਇਬ੍ਰੇਰੀ, ਔਨਲਾਈਨ ਵੀ ਕੋਈ ਖਾਸ ਨਹੀਂ ਸੀਗਾ।
ਮੈਂ ਕਿਸੇ ਨੂੰ ਮਿਲਦੀ ਸੀਗੀ, ਉਹਨਾਂ ਨੂੰ ਪੁੱਛਦੀ ਸੀ ਤੁਹਾਡੇ ਕੋਲ ਪੁਰਾਣੀਆਂ ਚੀਜ਼ਾਂ ਹੈ। ਪਰ ਲੋਕਾਂ ਨੇ ਮੇਰੀ ਬਹੁਤ ਹੈਲਪ ਕੀਤੀ। ਉਹਨਾਂ ਨੇ ਜਿਵੇਂ ਕਿਸੇ ਨੇ ਕਹਿਣਾ ਕਿ ਮੇਰੇ ਕੋਲ ਹੈ ਨਹੀਂ, ਪਰ ਉਹ ਜਾਣਦੇ ਕਿਸੇ ਨੂੰ ਜਿਹਦੇ ਕੋਲ ਕੋਲ ਹੈਗੀਆਂ। ਸੋ ਉਹਨਾਂ ਨੇ ਮੈਨੂੰ ਉੱਥੇ ਉਹਨਾਂ ਦਾ ਨੰਬਰ ਔਰ ਉਹ ਸਭ ਦੇਣਾ, ਔਰ ਮੈਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਸੰਦੂਕ ਖੋਲ ਕੇ ਉਹਨਾਂ ਨੇ ਮੈਨੂੰ ਚੀਜ਼ਾਂ ਦਿਖਾਈਆਂ। ਇੱਕ ਤਾਂ ਇਹ, ਔਰ ਇੱਕ ਦੂਸਰਾ ਬਹੁਤ ਔਖੀ ਗੱਲ ਇਹ ਆ ਕਿ ਐਨਾਲਾਈਜ਼ ਕਰਨਾ ਚੀਜ਼ਾਂ ਨੂੰ, ਕਿਉਂਕਿ ਕੋਈ ਰੈਫਰੈਂਸ ਤਾਂ ਸੀ ਨਹੀਂ ਮੇਰੇ ਕੋਲ। ਬਿਲਕੁਲ ਠੀਕ ਹੈ। ਔਰ ਚੀਜ਼ਾਂ ਨੂੰ ਐਨਾਲਾਈਜ਼ ਕਰਨਾ ਮੇਨ ਚੀਜ਼ ਸੀਗੀ ਕਿ ਇੱਕ ਤੁਸੀਂ ਦੇਖੋ, ਜੇ ਤੁਸੀਂ ਇੱਕ ਪੇਂਟਿੰਗ ਮੈਂ ਦੇਖੀ, ਉਹ ਮਿਡਲ ਆਫ 18th ਸੈਂਚੁਰੀ ਸੀਗੀ ਜੀ, ਮਿਡਲ ਆਫ 19th ਸੈਂਚੁਰੀ। ਉਹਦੇ ਵਿੱਚ ਇੱਕ ਸਰਦਾਰ ਸਾਹਿਬ, ਉਹਨਾਂ ਨੇ ਕੁਰਤੇ ਪਜਾਮੇ ਨਾਲ ਕੋਟ ਪਾਇਆ ਹੈ ਜੀ। ਇਹ ਫਿਰ ਇਹ ਜਿਹੜੀ ਮੇਰੀ ਸੈਕਿੰਡ ਪਿਕਚਰ ਹੈਗੀ ਆ, ਉਹ 1946 ਦੀ ਹੈ, ਆਫ ਲੈਜਿਸਲੇਟਿਵ ਅਸੈਂਬਲੀ ਮੈਂਬਰ। ਉਹਦੇ ਵਿੱਚ ਵੀ ਉਹਨਾਂ ਨੇ ਕੁਰਤੇ ਪਜਾਮੇ ਨਾਲ ਕੋਟ ਪਾਇਆ ਹੈ ਜੀ। ਤਾਂ ਇਹ ਸਮਝਣਾ ਕਿ ਇਹ ਆਲਮੋਸਟ 100 ਸਾਲ ਬਾਅਦ ਵੀ ਉਹੀ ਡਿਜ਼ਾਈਨ ਹੈ। ਇਹ ਕੀ ਹੋ ਰਿਹਾ ਹੈ? ਜੀ ਜੀ ਜੀ। ਪਰ ਉਹਦੇ ਵਿੱਚ ਫਿਰ ਮੈਨੂੰ ਇਸ ਤਰ੍ਹਾਂ ਸਮਝ ਆਇਆ ਕਿ ਉਹ ਡਿਪੈਂਡ ਕਰਦਾ ਆ ਜਿਵੇਂ ਔਨ ਮਾਈ ਲੈਵਲ ਆਫ ਵੈਸਟਰਨਾਈਜੇਸ਼ਨ। ਕਿਉਂਕਿ ਸਭ ਤੋਂ ਪਹਿਲਾਂ ਜੇ ਮੈਂ ਅੱਜ ਆਪਣੇ ਆਪ ਨੂੰ ਜਾਂ ਵੈਸਟਰਨਾਈਜ਼ ਕਰਾਂ, ਵੈਸਟਰਨ ਪਹਿਨਾਵਾ ਪਾਵਾਂ, ਸਭ ਤੋਂ ਪਹਿਲਾਂ ਮੈਂ ਕੋਟ ਪਾਉਂਗੀ, ਫਿਰ ਮੈਂ ਬਾਅਦ ਸੂਟ ਪਾਉਂਗੀ। ਸੋ ਦੈਟ ਡਿਪੈਂਡ। 100 ਸਾਲ ਪਹਿਲਾਂ ਕਿਸੇ ਹੋਰ ਨੇ ਪਹਿਲਾਂ ਵੈਸਟਰਨਾਈਜ਼ ਹੋਇਆ, ਉਸ ਤੋਂ 50 ਸਾਲ 60 ਸਾਲ ਬਾਅਦ ਕੋਈ ਹੋਰ। ਜੀ। ਸੋ ਦੈਟ ਵਾਜ਼ ਅ ਬਿਗ ਪ੍ਰੋਬਲਮ, ਬਿਕੋਜ਼ ਇਹ ਵੈਸਟਰਨ ਕਾਸਟਿਊਮ 'ਚ ਪ੍ਰੋਬਲਮ ਨਹੀਂ ਆ। ਉਹਨਾਂ ਦੇ ਪੀਰੀਅਡਸ ਆ ਕਿ ਇੰਨੇ ਪੀਰੀਅਡ ਵਿੱਚ ਆਹ ਕੱਪੜਾ ਹੋਇਆ, ਉਹਨਾਂ ਨੇ ਆਹ ਡਰੈਸਿਸ ਪਾਈਆਂ, ਉਹਦੇ ਵਿੱਚ ਸਾਰਾ ਲੇਟ ਡਾਊਨ ਹੈ। ਜਦੋਂ ਤੱਕ ਔਰਤਾਂ ਦੀ ਗੱਲ ਕਰੀਏ, ਥੋੜਾ ਜਿਹਾ ਆਪਾਂ ਗੱਲ ਇਸ 'ਚ ਘੱਟ ਕੀਤੀ ਹੈ, ਬਾਕੀ ਸਾਰੀਆਂ ਗੱਲਾਂ ਕੀਤੀਆਂ ਆਪਾਂ। ਤੁਸੀਂ ਔਰਤਾਂ ਦੇ ਡਰੈਸਿਸ 'ਤੇ ਜਾਂ ਉਹਦੇ ਜਿਹੜਾ ਫੈਬਰਿਕ ਸੀਗਾ, ਟੈਕਸਟਾਈਲ ਸੀਗਾ, ਉਸ 'ਤੇ ਵੀ ਕੰਮ ਕੀਤਾ, ਔਰ ਤੁਸੀਂ ਉਹ ਲਿਖਿਆ ਵੀ ਹੈਗਾ ਆਪਣੀ ਕਿਤਾਬ ਦੇ ਵਿੱਚ। ਸੌਕਸ 'ਤੇ ਕੰਮ ਕੀਤਾ ਤੁਸੀਂ, ਉਹਨਾਂ ਦੇ ਐਮਬਰਾਇਡਰੀਜ਼ 'ਤੇ ਕੰਮ ਕੀਤਾ ਤੁਸੀਂ, ਉਹਨਾਂ ਦੀ ਐਮਬਰਾਇਡਰੀਜ਼ ਜਿਹੜੀਆਂ ਉਹ ਕੱਢਦੀਆਂ ਸੀ ਉਸ 'ਤੇ ਤਾਂ ਕੰਮ ਕੀਤਾ, ਪਰ ਉਹਨਾਂ ਦਾ ਵੀਅਰ ਨੂੰ ਲੈ ਕੇ ਕੀ ਕੰਮ ਕੀਤਾ, ਕੀ ਤੁਹਾਨੂੰ ਗਲਿੰਪਸਿਸ ਮਿਲੀਆਂ ਉਹਦੀਆਂ? ਔਰਤਾਂ ਦੀ ਗੱਲ ਇਹ ਇਸ ਤਰ੍ਹਾਂ ਹੈ ਕਿਉਂਕਿ ਔਰਤਾਂ ਉਸ ਟਾਈਮ 'ਤੇ ਜ਼ਿਆਦਾ ਘਰੋਂ ਨਹੀਂ ਸੀ ਬਾਹਰ ਜਾਂਦੀਆਂ ਜੀ। ਉਹਨਾਂ ਦਾ ਇੰਨਾ ਇੰਟਰੈਕਸ਼ਨ ਯੂਰਪੀਅਨ ਬੌਸਸ ਨਾਲ ਨਹੀਂ ਸੀਗਾ। ਜਿਹੜੇ ਆਦਮੀਆਂ ਦਾ, ਉਹਨਾਂ ਦਾ ਬਾਹਰ ਜੌਬ ਵੀ ਕਰਨ ਜਾਂਦੇ ਸੀ, ਔਰ ਜ਼ਿਆਦਾ ਤੁਰਨਾ ਫਿਰਨਾ ਵੀ ਸੀ ਜ਼ਿਆਦਾ। ਉਹ ਬੱਚੇ ਸਕੂਲ ਵੀ ਜਾਂਦੇ ਸੀ, ਔਰਤਾਂ ਵੀ ਗਈਆਂ ਆ ਟੂ ਸਮ ਐਕਸਟੈਂਟ। ਜਿਵੇਂ ਪਰ ਜਿਹੜੇ ਬॉयਜ਼ ਸੀਗੇ, ਜਿਹੜੇ ਸਕੂਲ ਜਾਂਦੇ ਸੀ, ਉਹ ਵੈਸਟਰਨ ਵੇਅਰ ਪਾਉਂਦੇ ਸੀ। ਜਿਹੜੀਆਂ ਔਰਤਾਂ ਸੀਗੀਆਂ, ਜੇ ਸਕੂਲ ਵੀ ਜਾਂਦੀਆਂ ਸੀਗੀਆਂ, ਉਹਨਾਂ ਦੀ ਡਰੈਸ ਸਲਵਾਰ ਕਮੀਜ਼ ਸੀਗੀ, ਜਾਂ ਕਈ ਜਗ੍ਹਾ 'ਤੇ ਸਾੜੀ ਵੀ ਸੀਗੀ। ਸੋ ਉਹਨਾਂ ਨੇ ਉਹ ਵੈਸਟਰਨ ਕੱਪੜੇ ਨਹੀਂ ਪਾਏ, ਇਸ ਕਰਕੇ ਉਹ ਘੱਟ ਇਨਫਲੂਐਂਸ ਹੋਈਆਂ ਆ। ਉਹ ਡਾਇਰੈਕਟਲੀ ਵੈਸਟਰਨ ਵੇਅਰ ਉਹਨਾਂ ਨੇ ਘੱਟ ਪਾਈ ਆ। ਜਿਵੇਂ ਪ੍ਰੋਮੀਨੈਂਟ ਕ੍ਰਿਸਚੀਅਨ ਫੈਮਿਲੀਜ਼ ਜਾਂ ਰਾਇਲਟੀਜ਼ ਕਹਿ ਲਓ, ਉਹਨਾਂ ਨੇ ਵੈਸਟਰਨ ਕੱਪੜੇ ਪਾਏ ਆ, ਪਰ ਉਹ ਹੋਰ ਚੀਜ਼ਾਂ ਦੇ ਨਾਲ ਪ੍ਰਭਾਵਿਤ ਹੋਈਆਂ, ਜਿਵੇਂ ਯੂਜ਼ ਆਫ ਐਕਸੈਸਰੀਜ਼, ਜਿਵੇਂ ਬਰੋਚੇਸ ਲਗਾ ਲਓ, ਪਰਸਿਸ ਲਗਾ ਲਓ, ਜਿਊਲਰੀ ਲਗਾ ਲਓ, ਕੋਸਮੈਟਿਕਸ ਲਗਾ ਲਓ, ਜਾਂ ਫਿਰ ਜਿਸ ਤਰ੍ਹਾਂ ਸਾੜੀ ਪਾਉਂਦੀਆਂ ਸੀਗੀਆਂ। ਕਿਉਂਕਿ ਬਾਅਦ ਵਿੱਚ ਜਦੋਂ ਸਾੜੀ ਪੈਟੀਕੋਟ ਔਰ ਬਲਾਊਜ਼ ਇਸ ਡਾਇਰੈਕਟਲੀ ਵੈਸਟਰਨ ਵੇਅਰ ਤੋਂ ਡਰਾਈਵ ਹੋਇਆ। ਓਕੇ ਮੈਮ, ਆਖਿਰ ਦੇ ਵਿੱਚ ਤੁਸੀਂ ਆਪਣੀ ਗੱਲ ਨੂੰ ਕਿਵੇਂ ਸਮੇਟਣਾ ਚਾਹੋਗੇ? ਮੇਰਾ ਆਖਰੀ ਸਵਾਲ ਹੈ ਤੁਹਾਨੂੰ, ਕਿਉਂਕਿ ਔਰ ਕਿਹੜੀ ਬੁੱਕ ਹੈ, ਤੁਸੀਂ ਹੋਰ ਅੱਗੇ ਕੀ ਕੰਮ ਕਰਨ ਜਾ ਰਹੇ ਹੋ, ਫਿਊਚਰ ਪਲਾਨਸ ਤੁਹਾਡੇ ਕੀ ਨੇ? ਔਰ ਮੈਂ ਤਾਂ ਤੁਹਾਨੂੰ ਕਿਹਾ ਸੀ ਵੀ ਥੋੜ੍ਹੀ ਜਿਹੀ ਆਪਣੀ ਗੱਲ ਬਾਤ ਹੋਈ ਹੈ ਵੀ ਮੈਨੂੰ ਲੱਗਦਾ ਵੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਜਾਂ ਜਦੋਂ ਤੱਕ ਧਾੜਵੀ ਆਏ ਸੀ, ਉਹਨਾਂ ਤੋਂ ਪਹਿਲੇ ਸਾਡੀ ਜਿਹੜੀ ਪੰਜਾਬ ਦੀ, ਖਾਸ ਕਰਕੇ ਜਾਂ ਇੰਡੀਆ ਵਿੱਚ ਹੀ, ਪਰ ਪੰਜਾਬ ਦੀ ਜਿਹੜਾ ਔਰਤਾਂ ਦੀ ਡਰੈਸ ਹੁੰਦੀ ਸੀ, ਉਹ 'ਚ ਸ਼ਰਾਰੇ ਗਰਾਰੇ ਬੜੇ ਸੀਗੇ, ਉਹ ਆਮ ਤੌਰ 'ਤੇ ਪਾਉਂਦੀਆਂ ਸੀਗੀਆਂ। ਕੁਛ ਉਹਦੀ ਗਲਿੰਪਸਿਸ ਹਜੇ ਤੁਹਾਨੂੰ ਹਰਿਆਣਾ ਦੇ ਵਿੱਚ ਵੀ ਮਿਲ ਜਾਂਦੀਆਂ, ਜਿਹੜੀਆਂ ਹੈਗੀਆਂ ਹੁਣ ਬਾਅਦ ਸਲਵਾਰਾਂ ਪਾਉਣ ਲੱਗੇ ਆ।
ਤੇ ਉੱਤੇ ਕੁੜਤੇ ਵੀ ਕੁੜਤੀਆਂ ਹੁੰਦੀਆਂ ਸੀ, ਗੋਲ ਉਹਦੇ ਵਾਲੀਆਂ ਕੁੜਤੀਆਂ ਹੁੰਦੀਆਂ ਸੀਗੀਆਂ। ਤੇ ਹੁਣ ਤੁਸੀਂ ਕਿੱਥੇ ਕੰਮ ਕਰੋਗੇ, ਅੱਗੇ ਤੁਹਾਡੀ ਕਿਹੜੀ ਪਲਾਨਸ ਨੇ, ਫਿਊਚਰ ਪਲਾਨਸ? ਮੈਂ ਇਸ ਤਰ੍ਹਾਂ ਹੈ ਕਿ ਜਿਹੜੀ ਚੀਜ਼ ਜੋ ਇਸ ਬੁੱਕ ਵਿੱਚ ਨਹੀਂ ਗਿਆ, ਮੈਂ ਆਈਲ ਟਰਾਈ ਐਂਡ ਪੁੱਟ ਇਟ ਇਨ ਦ ਨੈਕਸਟ। ਤਾਂ ਹਾਲੇ ਤਾਂ ਮੈਂ ਮਟੀਰੀਅਲ ਇਕੱਠਾ ਕਰ ਰਹੀ ਹਾਂ, ਉਹ ਵੀ ਕਾਫੀ ਮੁਸ਼ਕਿਲ ਹੈ, ਉਹ ਵੀ ਮਿਊਜ਼ੀਅਮ ਥੋੜ੍ਹਾ ਬਹੁਤ ਹੈ, ਪਰ ਮੈਨੂੰ ਉਹ ਵੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਪੁੱਛ ਕੇ ਮੈਨੂੰ ਕਰਨਾ ਪੈਂਦਾ ਹੈ। ਕੁਛ ਲਾਇਬ੍ਰੇਰੀਜ਼ ਨੂੰ ਵੀ ਆਨਲਾਈਨ ਸੋਰਸਿਸ ਵੀ ਹੈ, ਪੁਰਾਣੀਆਂ ਬੁੱਕਸ ਵਗੈਰਾ, ਸੋ ਉਹ ਵੀ ਹੈ। ਔਰ ਮੈਂ ਹਾਲੇ ਤਾਂ ਮਟੀਰੀਅਲ ਇਕੱਠਾ ਹੀ ਕਰ ਰਹੀ ਹਾਂ, ਪਰ ਜਿਹੜੀਆਂ ਮੈਂ ਜਿਵੇਂ ਫੁਲਕਾਰੀ ਦਰੀ ਵਗੈਰਾ ਉਹ ਸਭ ਨਹੀਂ ਹੋਇਆ, ਜਿਹੜਾ ਮੈਂ ਨਹੀਂ ਕਵਰ ਕੀਤਾ ਉਹ ਮੈਂ ਇਹਦੇ 'ਚ ਕਰਾਂਗੀ। ਪਰ ਹਾਊ ਆਈ ਆਰਗੇਨਾਈਜ਼ ਦ ਚੈਪਟਰਸ ਹਾਲੇ ਮੈਨੂੰ ਠੀਕ, ਸ਼ਾਇਦ ਮੈਂ ਕਾਸਟਿਊਮ ਵੀ ਵਿੱਚ ਪਾ ਦਾਂ, ਹਾਲੇ ਮੈਨੂੰ ਬਹੁਤੀ ਕਲੈਰਿਟੀ ਨਹੀਂ ਹੈ, ਪਰ ਤਾਂ ਮੈਨੂੰ ਜੋ ਮਟੀਰੀਅਲ ਮਿਲ ਰਿਹਾ ਮੈਂ ਇਕੱਠਾ ਕਰੀ ਜਾ ਰਹੀ ਹਾਂ। ਜੀ, ਬਹੁਤ ਬਹੁਤ ਥੈਂਕ ਯੂ ਮੈਮ, ਬਹੁਤ ਬਹੁਤ ਧੰਨਵਾਦ। ਤੁਹਾਡੇ ਨਾਲ ਗੱਲਬਾਤ ਕਰਕੇ ਬੜਾ ਚੰਗਾ ਲੱਗਿਆ। ਪਹਿਰਾਵੇ ਜਿਹੜੇ ਨੇ ਉਹ ਖਾਸ ਕਰਕੇ ਜਦੋਂ ਦਾ ਟਰਾਈਬ 'ਚੋਂ ਅਸੀਂ ਨਿਕਲ ਚੁੱਕੇ, ਟਰਾਈਬਲ ਜ਼ੋਨ 'ਚੋਂ, ਆਦੀਵਾਸੀ ਜਦੋਂ ਹੁੰਦੇ ਸੀਗੇ ਉਦੋਂ ਲੋਕ ਪੱਤੇ ਪੁੱਤੇ ਪਾ ਕੇ ਗੁਜ਼ਾਰਾ ਜ਼ਰੂਰ ਕਰ ਲੈਂਦੇ ਸੀਗੇ, ਪਰ ਉਹਦੇ ਬਾਅਦ ਟੈਕਸਟਾਈਲ ਔਰ ਫੈਬਰਿਕ ਦਾ ਆਪਣੀ ਇੱਕ ਇੰਪੋਰਟੈਂਸ ਹੈ। ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੱਪੜਿਆਂ ਦੀ ਬਹੁਤ ਇੰਪੋਰਟੈਂਸ ਹੁੰਦੀ ਹੈ, ਕਿਉਂਕਿ ਕੱਪੜੇ ਤੁਹਾਨੂੰ ਸਿਰਫ ਲੁੱਕ ਹੀ ਨਹੀਂ ਦਿੰਦੇ, ਤੁਹਾਨੂੰ ਗਰਮੀ ਸਰਦੀ ਕਈ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚਾਉਂਦੇ ਨੇ, ਔਰ ਡੈਫੀਨੇਟਲੀ ਲੁੱਕ ਤਾਂ ਦਿੰਦੇ ਹੀ ਨੇ, ਡੈਫੀਨੇਟਲੀ ਤੁਹਾਡੇ ਲਾਈਫ ਸਟਾਈਲ ਨੂੰ ਜਿਹੜਾ ਉਹ ਡਿਟਰਮਿਨ ਕਰਦੇ ਨੇ। ਔਰ ਇੱਕ ਕਲਚਰ ਨਾਲ ਕੋਰਿਲੇਟਡ ਹੈ, ਕਲਚਰ ਨਾਲ ਕੋਰਿਲੇਟਡ ਹੈ, ਬਿਲਕੁਲ ਠੀਕ ਹੈ। ਔਰ ਇੱਕ ਮੈਂ ਇਹ ਚੀਜ਼ ਰਿਅਲਾਈਜ਼ ਕੀਤੀ ਫॉर द ਫਰਸਟ ਟਾਈਮ ਜਦੋਂ ਮੈਂ ਇੱਕ ਜਨੀਵਾ ਵਿੱਚ ਇੱਕ ਮਿਊਜ਼ੀਅਮ, ਐਥਨੋਗ੍ਰਾਫੀ ਮਿਊਜ਼ੀਅਮ ਹੈ, ਉੱਥੇ ਕੰਮ ਕੀਤਾ ਕਿ ਉੱਥੇ ਉਹਨਾਂ ਨੂੰ ਕੀ ਕਲਚਰ ਹੈ। ਪਹਿਲਾਂ ਮੈਂ ਸੋਚਦੀ ਸੀ ਕਿ ਸਾਡੇ ਆਰਡੀਨਰੀ ਕੱਪੜੇ ਆ ਜਾਂ ਕੁਛ ਨਹੀਂ, ਪਰ ਉਹਦੀ ਇੰਪੋਰਟੈਂਸ ਕਲਚਰਲ ਇੰਪੋਰਟੈਂਸ ਬਹੁਤ ਜ਼ਿਆਦਾ ਹੈਗੀ, ਡੈਫੀਨੇਟਲੀ ਯੈਸ, ਕਿਉਂਕਿ ਇਹ 'ਚ ਜਿੰਨੇ ਮਰਜ਼ੀ ਵੈਸਟਰਨ ਹੋ ਜਾਈਏ, ਪਰ ਜਦੋਂ ਅਸੀਂ ਬਾਹਰ ਵੀ ਜਾਂਦੇ ਹਾਂ, ਜਦੋਂ ਕਿਸੇ ਔਰਤ ਨੇ ਜਾਂ ਮੁਟਿਆਰ ਨੇ ਜਦੋਂ ਸੂਟ ਪਾਇਆ ਹੁੰਦਾ ਹੈ ਜਾਂ ਉਹ ਕੋਈ ਪਰਟੀਕੂਲਰ ਕਢਾਈ ਵਾਲਾ ਸੂਟ ਪਾਇਆ ਹੁੰਦਾ ਹੈ, ਫੁਲਕਾਰੀ ਲਈ ਹੁੰਦੀ ਹੈ, ਤੇ ਕਹਿੰਦੇ ਵੀ ਪੰਜਾਬੀ ਮੁਟਿਆਰ ਤੁਰੀ ਆ ਰਹੀ ਹੈ, ਉਹ ਆਪਣੇ ਆਪ 'ਚ ਪਹਿਚਾਣ ਕਲਚਰ ਦੇ ਨਾਲ ਰਿਲੇਟਡ ਹੈਗੀ ਹੈ। ਆਪਣੇ ਸੌਂਗਸ ਵਿੱਚ ਵੀ ਬਹੁਤ ਹੈ। ਬਿਲਕੁਲ ਬਿਲਕੁਲ ਬਿਲਕੁਲ। ਬਹੁਤ ਬਹੁਤ ਥੈਂਕ ਯੂ ਮੈਮ, ਧੰਨਵਾਦ। ਥੈਂਕ ਯੂ ਫॉर ਹੈਵਿੰਗ ਮੀ। ਥੈਂਕ ਯੂ। ਐਸੇ ਕਿ ਸਾਡੇ ਨਾਲ ਮੈਡਮ ਜਸਵਿੰਦਰ ਕੌਰ, ਉਹਨਾਂ ਨੇ ਸਾਡੇ ਨਾਲ ਬੜੇ ਤਫਸੀਲ ਦੇ ਨਾਲ ਗੱਲਬਾਤ ਕੀਤੀ। ਟੈਕਸਟਾਈਲ ਰਿਸਰਚਰ ਨੇ ਔਰ ਨਾਲ ਹੀ ਆਥਰ ਨੇ, ਟੈਕਸਟਾਈਲ 'ਤੇ ਕੰਮ ਕਰ ਰਹੇ ਨੇ, ਕੱਪੜਿਆਂ 'ਤੇ ਫੈਬਰਿਕ 'ਤੇ ਕੰਮ ਕਰ ਰਹੇ ਨੇ, ਪਰ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਚੀਜ਼ ਹੈ, ਉਹਨਾਂ ਨੇ ਆਪ ਵੀ ਕਿਹਾ, ਜਿਹੜੀਆਂ ਆਖਰੀ ਲਾਈਨਾਂ ਉਹਨਾਂ ਦੀਆਂ ਸੀਗੀਆਂ ਕਿ ਕਲਚਰਲ ਰੈਲੇਵੈਂਸ, ਸੱਭਿਆਚਾਰ ਨੂੰ ਦਰਸਾਉਂਦੇ ਆ ਸਾਡੇ ਕੱਪੜੇ। ਕਿਸੇ ਵੀ ਖਿੱਤੇ ਦੇ ਜਦੋਂ ਕੋਈ ਵੀ ਇਨਸਾਨ ਜਾਂ ਕੋਈ ਵੀ ਬੰਦਾ ਜਾਂ ਕੋਈ ਔਰਤ ਜਾਂ ਕੋਈ ਮਰਦ ਜਾਂ ਬੱਚਾ ਜਦੋਂ ਕਿਸੇ ਵੀ ਖਿੱਤੇ ਦਾ, ਕਿਸੇ ਕਲਚਰ, ਕਿਸੇ ਸੱਭਿਆਚਾਰ ਦੇ ਨਾਲ ਰਿਲੇਟਡ ਜਦੋਂ ਕਿਤੇ ਵੀ ਜਾਂਦਾ ਹੈ, ਤਾਂ ਦੂਸਰੇ ਲੋਕ ਉਹਨੂੰ ਦੇਖ ਕੇ ਉਹਦੇ ਕੱਪੜਿਆਂ ਤੋਂ ਪਛਾਣਦੇ ਹੈ ਵੀ ਇਹ ਪੰਜਾਬ ਤੋਂ ਹੈ, ਇਹ ਹਰਿਆਣਾ ਤੋਂ ਹੈ, ਉੱਤਰ ਪ੍ਰਦੇਸ਼ ਤੋਂ ਹੈ, ਇਹ ਅਮਰੀਕਾ ਤੋਂ ਆਇਆ ਹੈ, ਇਹ ਵਲੈਤ ਤੋਂ ਆਇਆ ਕਿ ਕਿੱਥੋਂ ਆਇਆ। ਸੋ ਬਹੁਤ ਇੰਪੋਰਟੈਂਸ ਹੁੰਦੀ ਹੈ ਕੱਪੜੇ ਦੇ ਟੈਕਸਚਰ ਦੀ, ਤਾਂ ਇੰਪੋਰਟੈਂਸ ਹੁੰਦੀ ਹੈ, ਪਰ ਉਸ ਦੇ ਨਾਲ ਨਾਲ ਬਹੁਤ ਇੰਪੋਰਟੈਂਸ ਹੁੰਦੀ ਹੈ ਉਸ ਦੀ ਬਣਤਰ ਦੀ, ਔਰ ਉਸ 'ਤੇ ਕੋਈ ਵੀ ਜਿਹੜਾ ਇੰਪੈਕਟ ਹੁੰਦਾ ਹੈ ਜਾਂ ਕਿਸੇ ਵੀ ਤਰੀਕੇ ਦਾ ਇੰਪਰੈਸ਼ਨ ਹੁੰਦਾ ਹੈ, ਕਢਾਈ ਦੇ ਰੂਪ ਦੇ ਵਿੱਚ ਹੋ ਸਕਦਾ ਹੈ, ਉਹ ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ, ਕਿਉਂਕਿ ਹਰ ਇੱਕ ਖਿੱਤੇ ਦਾ ਆਪਣਾ ਆਪਣਾ ਪਹਿਰਾਵਾ ਅਤੇ ਆਪਣਾ ਆਪਣਾ ਕਲਚਰ ਹੈਗਾ, ਬਹੁਤ ਇੰਪੋਰਟੈਂਟ ਹੈਗਾ। ਔਰ ਖਾਸ ਕਰਕੇ ਮੈਡਮ ਨੇ ਇਹਦੇ ਵਿੱਚ ਸੰਜੋਇਆ ਜਿਹੜੀਆਂ ਚੀਜ਼ਾਂ ਉਹ ਪੁਰਾਤਨ ਜਿਹੜੀਆਂ ਸਾਡੀਆਂ ਨਾਨੀਆਂ ਦਾਦੀਆਂ ਜਿਹੜੀਆਂ ਚੀਜ਼ਾਂ ਕਰਦੀਆਂ ਸੀ, ਫਿਰ ਇਨਫਲੂਐਂਸਿਸ ਦੱਸੇ ਉਹਨਾਂ ਨੇ। ਖਾਸ ਕਰਕੇ ਅੰਗਰੇਜ਼ ਇੱਥੇ ਆਏ, ਉਹਨਾਂ ਨੇ ਸਾਡੇ ਪਹਿਰਾਵੇ 'ਤੇ, ਸਾਡੇ ਰਹਿਣ ਸਹਿਣ 'ਤੇ, ਸਾਡੇ ਹਰ ਚੀਜ਼ ਨੂੰ ਤਬਦੀਲ ਕਿਵੇਂ ਕੀਤਾ, ਹੌਲੀ ਹੌਲੀ ਉਹ ਕਿਵੇਂ ਤਬਦੀਲ ਹੋਇਆ, ਈਵਨ ਉਹਦੇ ਨਾਲ ਫਰਨੀਚਰ ਜਿਹੜਾ ਹੈ ਉਹ ਕਿਵੇਂ ਚੇਂਜ ਹੋਇਆ, ਕਿੱਦਾਂ ਸਾਡੇ ਪੀੜ੍ਹੀਆਂ ਸੀਗੀਆਂ ਜਿਹੜੀਆਂ ਕਿ ਨੀਵੀਆਂ ਹੁੰਦੀਆਂ ਸੀ, ਕਿਵੇਂ ਹੌਲੀ ਹੌਲੀ ਉਹ ਉੱਠ ਕੇ ਫਿਰ ਡਾਈਨਿੰਗ ਟੇਬਲ ਬਣ ਗਏ ਅਤੇ ਸੋਫੇ ਬਣ ਗਏ, ਉਹਨਾਂ 'ਤੇ ਫਿਰ ਕਿਸ ਤਰੀਕੇ ਦੇ ਨਾਲ ਟੇਬਲ ਕਲੋਥਸ ਆਏ ਅਤੇ ਕਿਵੇਂ ਉਹਦੇ ਉੱਪਰ ਵੀ ਡਿਫਰੈਂਟ ਕਢਾਈਆਂ ਨੇ ਆਪਣੀ ਜਿਹੜੀ ਹੈ ਪਹਿਚਾਣ ਬਣਾਈ। ਬਹੁਤ ਜ਼ਰੂਰੀ ਹੁੰਦੀਆਂ ਚੀਜ਼ਾਂ ਨੂੰ ਸੰਜੋਣਾ। ਮੈਡਮ ਇਸ 'ਤੇ ਕੰਮ ਕਰ ਰਹੇ ਨੇ। ਇੱਕ ਕਿਤਾਬ ਉਹਨਾਂ ਦੀ ਆ ਚੁੱਕੀ ਹੈ, ਦੂਸਰੀ ਕਿਤਾਬ ਉਹਨਾਂ ਦੀ ਤਿਆਰ ਹੋਣ ਜਾ ਰਹੀ ਹੈ। ਲੰਮਾ ਤਜਰਬਾ ਇਹਨਾਂ ਦਾ, 5-6 ਸਾਲ ਇਹਨਾਂ ਨੂੰ ਲੱਗ ਗਏ ਚੀਜ਼ਾਂ ਨੂੰ ਸੰਜੋਂਦੇ। ਦੱਸਿਆ ਉਹਨਾਂ ਨੇ ਕਿ ਲੋਕਾਂ ਦੇ ਸੰਦੂਕਾਂ 'ਚੋਂ ਕੱਢ ਕੇ ਮੈਂ ਉਹ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਈ ਸੀਗੀ। ਮੈਨੂੰ ਤੇ ਮੇਰੇ ਕੈਮਰਾ ਪਰਸਨ ਸਰਬਜੀਤ ਨੂੰ ਦਿਓ ਇਜਾਜ਼ਤ, ਫਿਰ ਮਿਲਾਂਗੇ ਕਿਸੇ ਨਵੀਂ ਜਗ੍ਹਾ ਕਿਸੇ ਨਵੇਂ ਮਹਿਮਾਨ ਦੇ ਨਾਲ। ਤਦ ਤੱਕ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।